ਸਾਡੀ ਇੰਪਲੋਇਮੈਂਟ ਏਜੰਸੀ 360 ਆਵਰਸ ਤੇ ਜੌਬ ਰੈਡੀ ਪ੍ਰੋਗਰਾਮ ਲੱਭਣ ਵਿੱਚ ਸਹਾਇਤਾ ਕਰਦੀ ਹੈ। ਜਿੰਨਾ ਵੀ ਸਟੂਡੈਂਟ ਨੇ ਆਪਣੀ ਸਟੱਡੀ ਖਤਮ ਕਰ ਲਈ ਹੈ ਜਾਂ ਕਰਨ ਵਾਲੇ ਨੇ ਉਹ ਸਾਡੇ ਨਾਲ ਕੰਟੈਕਟ ਕਰਨ। ਸਟੂਡੈਂਟਸ ਤੇ EMPLOYER ਦੇ ਵਿਚਾਲੇ 360 ਆਵਰਸ ਨੂੰ ਤੇ ਜੌਬ ਰੈਡੀ ਪ੍ਰੋਗਰਾਮ ਨੂੰ ਲੈ ਕੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ, ਕਾਫੀ ਡਿਸਪਿਊਟ ਹੋ ਰਹੇ ਨੇ। ਸੋ ਉਹਨਾਂ ਚੀਜ਼ਾਂ ਨੂੰ ਰੋਕਣ ਲਈ ਸਾਡੀ ਇੱਕੋ ਇੱਕ ਆਸਟ੍ਰੇਲੀਆ ਦੀ ਪਹਿਲੀ ਕੰਪਨੀ ਆ ਜਿਹੜੀ ਉਹਨਾਂ ਦੋਵਾਂ ਦੇ ਵਿਚਾਲੇ ਬ੍ਰਿਜ ਦੀ ਤਰ੍ਹਾਂ ਕੰਮ ਕਰਦੀ ਆ। ਹੁਣੇ ਆਸਟ੍ਰੇਲੀਅਨ ਗਵਰਨਮੈਂਟ ਨੇ ਨਵਾਂ ਵੀਜ਼ਾ ਇੰਟਰੋਡਿਊਸ ਕੀਤਾ 491। ਸਾਡੀ ਕੰਪਨੀ ਉਹਦੇ ਲਈ ਵੀ ਕੰਮ ਕਰਦੀ ਹੈ। ਜਿਹੜੇ ਵੀ ਸਟੂਡੈਂਟਸ ਨੇ ਆਪਣਾ ਸਟੇ ਸਪਾਂਸਰ ਪਾਉਣੀ ਹੈ ਜਾਂ ਕੰਟਰੀ ਸਾਈਡ ਜਾਣਾ ਆ, ਉਹਨੂੰ ਉਹਦੀ ਫੀਲਡ ਦੇ ਵਿੱਚ ਜੋ ਕਿ 12 ਮੰਥ ਦੀ ਕੰਟਰੈਕਟ ਜੌਬ ਚਾਹੀਦੀ ਆ, ਉਹ ਵੀ ਅਸੀਂ ਲੱਭ ਕੇ ਹੈਲਪ ਕਰਦੇ ਹਾਂ। अपना फ्रेंड्स चैनल देख रहे दर्शकों को प्यार भरी सत श्री अकाल। तुसीं देख रहे हो प्रोग्राम साफ ते सीधी गल मेरे नाल जानी कि हरमीत बमरा दे नाल। मेरा इंसाफ दे रहे ने बीजेपी दे पंजाब दे जनरल सैकटरी ते नाल ही ये एग्रीकल्चर इकोनॉमिस्ट भी ने ते डॉक्टर सुभाष जी तुहाडा आस्ट्रेलिया दी धरती ते अपना फ्रेंड्स चैनल च साफ ते सीधी गल च बहुत बहुत स्वागत है। बहुत बहुत धन्यवाद हरप्रीत जी। सारे दर्शकों को प्यार भरी सत श्री अकाल। फतेह सांझी करिए। वाहिगुरू जी दा खालसा वाहिगुरू जी की फतेह। डॉक्टर साहब इस टाइम ते माहौल बारे कुछ ज्यादा मैनू कहण दी वैसे लोड़ नहीं, पूरी दुनिया नूं ही पता, खास करके जे पंजाबी जिथे भी वसदे ने, भावें आस्ट्रेलिया होवे भावें इंडिया होवे, ते ये माहौल जिहड़ा हुण बन गया है इस टाइम ते तुहानूं की लगदा है भी जिहड़ा ये बिल आए ने ते ਇਹ ਤਿੰਨ ਬਿੱਲ ਕਿਸਾਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਥੋਪੇ ਜਾ ਰਹੇ ਨੇ? ਇਹ ਕਿਸਾਨਾਂ ਦਾ ਪੁਆਇੰਟ ਆਫ ਵਿਊ ਹੈਗਾ ਤੇ ਜਿਹੜਾ ਬੀਜੇਪੀ ਦਾ ਹੈਗਾ ਕਿ ਇਹ ਬੀਜੇਪੀ ਨਾਕਾਮਯਾਬ ਹੈ ਕਿ ਕਿਸਾਨਾਂ ਨੂੰ ਸਮਝਾ ਨਹੀਂ ਪਾ ਰਹੀ ਕਿ ਇਹ ਬਿੱਲ ਦੇ ਵਿੱਚ ਕੀ ਹੈ। ਇਹਨਾਂ ਦੋਵਾਂ ਨੂੰ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ ਕਿ ਕਿਸਾਨਾਂ ਨੂੰ ਲੱਗ ਰਿਹਾ ਹੈ ਗਲਤ ਕਿ ਜਾਂ ਤੁਹਾਡੇ 'ਚ ਕੋਈ ਜਿਹਨੂੰ ਕਹਿੰਦੇ ਨਾ ਹੀ ਨਾਕਾਮਯਾਬੀ ਹੈ ਕਿ ਤੁਸੀਂ ਨਹੀਂ ਸਮਝਾ ਪਾ ਰਹੇ, ਕੀ ਇੱਧਰ ਜਾਂਦੇ? हरप्रीत जी, मैं ਤੁਹਾਡੇ ਮਾਧਿਅਮ ਨਾਲ ਸਾਰੇ ਜਿਹੜੇ ਦਰਸ਼ਕ ਇੱਥੇ ਦੇਖ ਰਹੇ ਨੇ, ਸਭ ਤੋਂ ਪਹਿਲਾਂ ਬੇਨਤੀ ਕਰਨੀ ਹੈ ਕਿ ਇੱਕ ਵਾਰੀ ਇਹਨਾਂ ਤਿੰਨਾਂ ਕਾਨੂੰਨਾਂ ਨੂੰ ਆਪ ਜ਼ਰੂਰ ਪੜ੍ਹ ਲੈਣਾ ਚਾਹੀਦਾ ਹੈ, ਕਿਉਂਕਿ ਪੜ੍ਹਨ ਤੋਂ ਬਾਅਦ ਹੀ ਸਪਸ਼ਟਤਾ ਹੋਏਗੀ ਕਿ ਆਖਰ ਇਹਨਾਂ ਕਾਨੂੰਨਾਂ 'ਚ ਕੀ ਹੈ। ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦਾ ਹਾਂ ਕਿ ਇਹ ਕਾਨੂੰਨ ਭਾਰਤੀ ਜਨਤਾ ਪਾਰਟੀ ਨੇ ਕੋਈ ਏਕਾਏਕ ਲਿਆਂਦੇ ਐਸੇ ਨਹੀਂ ਹੈ। देश च पिछले लगभग 10 साल तो खेती के अंदर सुधार होने चाहिए गल चल रही सी। डॉक्टर मनमोहन सिंह जी जो प्रधानमंत्री सी, सब तो पहले उन्होंने गल शुरू की थी 2012 के अंदर। उन्होंने सारिया स्टेटां दे चीफ सैकटरी की मीटिंग सब तो पहले गल कही कि सानू खेती च सुधार करने की लोड़ है, APMC एक्टां च सुधार करने की लोड़ है, एसेंशियल कमोडिटी एक्ट च सुधार करने की लोड़ है। और उस गल नूं फिर राहुल गांधी ने अगे वधाया। ਉਸੇ ਗੱਲ ਨੂੰ ਲੈ ਕੇ ਪੰਜਾਬ ਦੇ ਅੰਦਰ ਜਦੋਂ ਕਾਂਗਰਸ ਨੇ ਵਿਧਾਨ ਸਭਾ ਦਾ ਇਲੈਕਸ਼ਨ ਲੜਿਆ 2027 ਚ, ਇਹਨਾਂ ਨੇ ਆਪਣੇ ਮੈਨੀਫੈਸਟੋ 'ਚ ਲਿਖਿਆ, ਮੈਂ ਮੈਨੀਫੈਸਟੋ ਦੀ ਕਾਪੀ ਵੀ ਨਾਲ ਲੈ ਕੇ ਆਇਆ ਜੇ ਤੁਹਾਡੇ ਦਰਸ਼ਕ ਅਮਰਿੰਦਰ ਸਿੰਘ ਜੀ ਦੀ ਫੋਟੋ। ਇਸ ਮੈਨੀਫੈਸਟੋ ਦੇ ਅੰਦਰ ਪੁਆਇੰਟ 11 ਚ ਲਿਖਿਆ ਕੈਪਟਨ ਅਮਰਿੰਦਰ ਸਿੰਘ ਜੀ ਨੇ, application of APMC Act will be done to ensure direct access of farmers to the national and international markets through digital technology। ਇਹ ਕੈਪਟਨ ਸਾਹਿਬ ਨੇ ਲਿਖਿਆ। ਇਹਦੇ ਅੱਗੇ ਉਹਨਾਂ ਨੇ ਪੁਆਇੰਟ ਨੰਬਰ 22 ਲਿਖਿਆ, ਕੰਟਰੈਕਟ ਫਾਰਮਿੰਗ ਐਂਡ ਲੈਂਡ ਲੀਜ਼ਿੰਗ ਵਿਲ ਬੀ ਗਾਈਡਡ ਐਂਡ ਇਨਫੋਰਸਡ ਥਰੂ ਇਫੈਕਟਿਵ ਲਾਅ ਪ੍ਰੋਟੈਕਟਿੰਗ ਦੀ ਰਾਈਟਸ ਆਫ ਲੈਂਡ ਓਨਰਸ। ਮੈਂ ਤੁਹਾਨੂੰ ਇਹ ਗੱਲ ਕਿਉਂ ਕਹਿ ਰਿਹਾ ਕਿ ਇਹ ਗੱਲ ਕਾਂਗਰਸ ਵੀ ਕਹਿ ਰਹੀ ਸੀ ਔਰ ਇਕੱਲੇ ਕੈਪਟਨ ਸਾਹਿਬ ਨੇ ਕਿਹਾ ਹੀ ਨਹੀਂ। 2017 ਚ ਹਰਪ੍ਰੀਤ ਜੀ ਇਹ ਕਾਨੂੰਨ ਬਣਾਇਆ ਜਦੋਂ ਕੈਪਟਨ ਦੀ ਸਰਕਾਰ, ਹਾਂਜੀ, ਪੰਜਾਬ ਦਾ ਮੰਡੀ ਐਕਟ ਸੁਧਾਰਿਆ। ਔਰ ਮੰਡੀ ਐਕਟ ਸੁਧਾਰ ਕੇ ਕੀ ਕੀਤਾ? ਆ ਦੇਖੋ, ਪਰਮਿਸ਼ਨ ਫॉर डायरेक्ट मार्केटिंग, पब्लिक प्राइवेट पार्टनरशिप, एस्टेब्लिशमेंट ऑफ प्राइवेट यार्ड, एस्टेब्लिशमेंट ऑफ प्रोड्यूसर एंड कंज्यूमर मार्केट यार्ड। यानी जो गल्लां अज इन्हां कानूनां दे माध्यम नाल मोदी सरकार ने कीतियां, इन्हां चों ज्यादातर चीज़ां कांग्रेस अपने मैनीफेस्टो च कह रही सी और ये 2019 का मैनीफेस्टो भी दिखा दिया। कल्ले पंजाब च नहीं कह रही सी, हिंदुस्तान च कह रही सी। राहुल गांधी जी की फोटो वाला मैनीफेस्टो है, इहदे च भी कांग्रेस ने यही गल्लां कहियां। कांग्रेस ने कह रही थी कि ਅਸੀਂ ਮੰਡੀ ਐਕਟ ਨੂੰ ਬਦਲ ਦਿਆਂਗੇ, ਲੇਕਿਨ ਬੀਜੇਪੀ ਨੇ ਮੋਦੀ ਸਾਹਿਬ ਨੇ ਜਦੋਂ ਕਾਨੂੰਨ ਲਿਆਂਦੇ ਅਸੀਂ APMC ਐਕਟ ਨੂੰ ਛੇੜਿਆ ਹੀ ਨਹੀਂ। ਬਿਲਕੁਲ ਮੰਡੀ ਐਕਟ ਉਦੋਂ ਦਾ ਉਦਾਂ ਹੀ ਹੈ। ਅਸੀਂ ਇੱਕ ਪੈਰਲਲ ਐਕਟ ਲੈ ਕੇ ਆਂਦਾ ਕਿ ਉਹ ਕਿਉਂ ਲੈ ਕੇ ਆਂਦਾ? ਕਿਉਂਕਿ ਕਿਸਾਨਾਂ ਦੀ ਆਮਦਨੀ ਵਧਾਉਣ ਦਾ ਸੰਕਲਪ ਮੋਦੀ ਸਾਹਿਬ ਨੇ ਲਿਆ ਸੀ ਕਿ 2022 ਤੱਕ ਮੈਂ ਕਿਸਾਨਾਂ ਦੀ ਆਮਦਨ ਵਧਾਣੀ ਹੈ। ਹੁਣ ਆਮਦਨ ਉਦੋਂ ਹੀ ਵਧੇਗੀ ਹਰਪ੍ਰੀਤ ਜੀ ਜਦੋਂ ਉਪਜ ਦਾ ਚੰਗਾ ਮੁੱਲ ਮਿਲੇਗਾ, ਤੇ ਉਪਜ ਦਾ ਚੰਗਾ ਮੁੱਲ ਤਾਂ ਹੀ ਮਿਲੇਗਾ ਜਦੋਂ ਖਰੀਦਾਰ ਜ਼ਿਆਦਾ ਆਉਣਗੇ।
ਜਿੰਨੀ ਵੱਡੀ ਗਿਣਤੀ 'ਚ ਖਰੀਦਾਰ ਆਉਣਗੇ ਉਨੀਆਂ ਕਿਸਾਨ ਕੋਲੇ ਆਪਸ਼ਨ ਵਧਣਗੀਆਂ। ਹੁਣ ਤੇ ਕਿਸਾਨ ਮਰਸੀ ਤੇ ਹੈ ਕਿਉਂਕਿ ਖਰੀਦਾਰ ਬਹੁਤ ਥੋੜੇ ਨੇ। ਇਸ ਕਰਕੇ ਇੱਕ ਪੈਰਲਲ ਮੰਡੀ ਦੀ ਵਿਵਸਥਾ ਕੀਤੀ ਕਿ ਅਗਰ ਕਿਸਾਨ ਨੂੰ ਕੋਈ ਜ਼ਿਆਦਾ ਭਾਅ ਦਿੰਦਾ ਹੈ, ਉਹਦੇ ਖੇਤ ਚੋਂ ਵੀ ਖਰੀਦਣਾ ਚਾਹੁੰਦਾ ਹੈ ਤੇ ਆ ਕੇ ਖਰੀਦ ਸਕਦਾ। ਹੁਣ ਕਿਸਾਨ ਆਪਣੀ ਫਸਲ ਆਪਣੇ ਖੇਤ 'ਚ ਵੀ ਵੇਚ ਸਕਦਾ ਹੈ। 10 ਕਿਸਾਨ ਇਕੱਠੇ ਹੋ ਕੇ ਆਪਣੀ ਮੰਡੀ ਵੀ ਬਣਾ ਸਕਦੇ ਨੇ ਜਿੱਥੇ ਜਾ ਕੇ ਵਪਾਰੀ ਉਹਨਾਂ ਕੋਲੋਂ ਖਰੀਦ ਸਕਦਾ ਹੈ। ਉੱਥੇ ਕੋਈ ਟੈਕਸ ਨਹੀਂ ਹੋਏਗਾ, ਕੋਈ ਬੈਰੀਅਰ ਨਹੀਂ ਹੈ। ਫਸਲ ਨੂੰ ਇੱਥੋਂ ਖਰੀਦੋ, ਜਾ ਕੇ ਜਿਹੜੀ ਮਰਜ਼ੀ ਸਟੇਟ 'ਚ ਵੇਚੋ, ਨਾ ਕੋਈ ਟੈਕਸ ਨਾ ਕੋਈ ਬੈਰੀਅਰ। ਕਿਉਂ? ਜ਼ਿਆਦਾ ਖਰੀਦਾਰ ਆਣ, ਕਿਸਾਨ ਕੋਲੋਂ ਫਸਲ ਲੈਣ, ਉਹਨੂੰ ਚੰਗਾ ਭਾਅ ਦੇਣ। ਕਿਸਾਨ ਨੂੰ ਲੱਗਦਾ ਨਹੀਂ ਮੈਂ ਮੰਡੀ 'ਚ ਜਾਣਾ, ਮੰਡੀਆਂ ਕਾਇਮ ਨੇ, MSP ਕਾਇਮ ਹੈ, ਸਭ ਚੀਜ਼ਾਂ ਉਸੇ ਤਰ੍ਹਾਂ ਹੀ ਨੇ। ਇਹ ਸਿਰਫ ਇੱਕ ਵਿਕਲਪ ਦਿੱਤਾ ਕਿ ਕਿਸਾਨ ਅਗਰ ਚਾਹੇ ਤੇ ਮੰਡੀ ਜਾ ਕੇ MSP ਤੇ ਵੇਚੇ, ਲੇਕਿਨ ਅਗਰ ਉਹਨੂੰ MSP ਤੋਂ ਜ਼ਿਆਦਾ ਭਾਅ ਮਿਲ ਰਿਹਾ ਹੈ, ਅਗਰ ਉਹਨੂੰ ਉਹਦੇ ਖੇਤ ਚੋਂ ਕੋਈ ਫਸਲ ਚੁੱਕਣ ਲਈ ਤਿਆਰ ਹੈ, ਤੇ ਉਹ ਕਿਉਂ ਜਾ ਕੇ ਟਰਾਂਸਪੋਰਟੇਸ਼ਨ ਦਾ ਖਰਚਾ ਕਰੇ? ਉਹ ਕਿਉਂ ਜਾ ਕੇ ਆੜ੍ਹਤੀਆਂ ਦੀ ਔਰ FCI ਦੇ ਅਫਸਰਾਂ ਦੀ ਮਰਜ਼ੀ ਤੇ ਰਹੇ? ਉਹ ਆਪਣੇ ਖੇਤ 'ਚ ਫਸਲ ਵੇਚ ਸਕੇ। ਇਹਦੇ ਕਰਕੇ ਇੱਕ ਵਿਕਲਪ ਦੇਣ ਲਈ ਇਹ ਕਾਨੂੰਨ ਲੈ ਕੇ ਆਂਦੇ ਗਏ। ਇਹਦੇ 'ਚ ਮੈਂ ਦੋ ਗੱਲਾਂ ਤੁਹਾਨੂੰ ਬਹੁਤ ਸਪਸ਼ਟ ਕਰ ਦੇਣਾ ਚਾਹੁੰਦਾ ਤੁਹਾਡੇ ਮਾਧਿਅਮ ਨਾਲ ਦਰਸ਼ਕਾਂ ਨੂੰ। ਇਹਨਾਂ ਤਿੰਨਾਂ ਕਾਨੂੰਨਾਂ 'ਚ MSP ਦਾ ਜ਼ਿਕਰ ਹੀ ਨਹੀਂ ਹੈ। ਔਰ ਸਰਕਾਰ ਨੇ ਬਾਰ-ਬਾਰ ਇਹ ਗੱਲ ਕਹੀ, ਪ੍ਰਧਾਨ ਮੰਤਰੀ ਜੀ ਨੇ ਕਹੀ, ट्वीट करके कही, नरेंद्र तोमर जी ने फ्लोर ऑफ द हाउस संसद खड़े होकर कही कि MSP सी MSP है, MSP रहेगी, सरकारी खरीद रहेगी, मंडियां रहेंगियां। सो इस करके ते किसान ਨੂੰ ਸਿਰਫ ਇੱਕ ਵਿਕਲਪ ਦਿੱਤਾ ਹੈ, ਇੱਕ ਆਲਟਰਨੇਟਿਵ ਦਿੱਤਾ ਹੈ ਤਾਂ ਕਿ ਕਿਸਾਨ ਦੀ ਆਮਦਨੀ ਨੂੰ ਵਧਾਇਆ ਜਾ ਸਕੇ। ਗੱਲ ਹੋਰ ਤੁਹਾਨੂੰ ਮੈਂ ਦੱਸਾਂ, ਦੇਖੋ ਪੂਰੇ ਤੁਸੀਂ ਹਿੰਦੁਸਤਾਨ ਨੂੰ ਦੇਖੋ ਤੇ ਪੂਰੇ ਹਿੰਦੁਸਤਾਨ 'ਚ ਹੌਲੀ-ਹੌਲੀ ਕਿਸਾਨਾਂ ਨੂੰ ਇਹ ਗੱਲ ਸਮਝ ਆ ਰਹੀ ਹੈ। ਔਰ ਤੁਸੀਂ ਦੇਖੋਗੇ ਬਾਕੀ ਦੇਸ਼ ਦੇ ਅੰਦਰ ਕੋਈ ਬੜਾ ਵਿਰੋਧ ਪ੍ਰਦਰਸ਼ਨ ਨਹੀਂ ਹੋ ਰਿਹਾ। कोई किसान यूनियन ਜਿਹੜੀਆਂ ਥੋੜਾ ਬਹੁਤ ਪ੍ਰਦਰਸ਼ਨ ਕਰ ਵੀ ਰਹੀਆਂ ਨੇ, ਆਮ ਕਿਸਾਨ ਖੁਸ਼ ਹੈ। ਉਹਨੂੰ ਇਹ ਗੱਲ ਸਮਝ ਆ ਰਹੀ ਹੈ ਕਿ ਮੈਨੂੰ ਵਿਕਲਪ ਮਿਲ ਗਿਆ, ਮੈਨੂੰ ਆਜ਼ਾਦੀ ਮਿਲ ਗਈ ਆਪਣੀ ਫਸਲ ਨੂੰ ਆਪਣੀ ਮਨਮਰਜ਼ੀ ਨਾਲ ਵੇਚਣ ਦੀ। ਸੋ ਇਹ ਕਾਨੂੰਨ ਕਿਸਾਨ ਦੇ ਬਿਲਕੁਲ ਹਿੱਤ 'ਚ ਨੇ। ਲੇਕਿਨ ਮੈਂ ਤੁਹਾਡੀ ਉਸ ਗੱਲ ਨਾਲ ਸਹਿਮਤ ਹੈ ਕਿ ਭਰਮ ਫੈਲਾਇਆ ਗਿਆ। ਹੁਣ ਪੰਜਾਬ 'ਚ ਅੰਦੋਲਨ ਕਿਉਂ ਹੋ ਰਹੇ ਨੇ ਜ਼ਿਆਦਾ? ਪੰਜਾਬ ਔਰ ਹਰਿਆਣੇ 'ਚ ਜ਼ਿਆਦਾ ਗ੍ਰੈਵਿਟੀ ਹੈ ਅੰਦੋਲਨ ਦੀ। ਕਾਂਗਰਸ ਸਰਕਾਰ, ਤੁਹਾਨੂੰ ਮੈਂ ਮੈਨੀਫੈਸਟੋ ਸੁਣਾਤੇ ਇਹਨਾਂ ਦੇ ਦੋਨੋਂ ਪੜ੍ਹ ਕੇ, ਇਹ ਆਪ ਕਰਨਾ ਚਾਹੁੰਦੇ ਸੀ। ਜੇ ਆਪ ਕਰਨਾ ਚਾਹੁੰਦੇ ਸੀ ਜਾਂ ਆਪ ਕਰ ਚੁੱਕੇ ਨੇ ਤੇ ਹੁਣ ਇਹਨਾਂ ਕਾਨੂੰਨਾਂ ਨੂੰ ਕਾਲੇ ਕਾਨੂੰਨ ਦੱਸ ਕੇ ਕਿਸਾਨਾਂ ਨੂੰ ਭਰਮ 'ਚ ਪਾਉਣ ਦਾ, ਕਿਸਾਨਾਂ ਨੂੰ ਝੂਠ ਬੋਲ ਕੇ ਉਹਨਾਂ ਨੂੰ ਭੜਕਾਉਣ ਦਾ ਕੰਮ ਕਰ ਰਹੇ ਨੇ। ਕਿਉਂ ਕਰ ਰਹੇ ਨੇ? ਕਿਉਂਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਰਕਾਰ ਫੇਲ ਹੋ ਗਈ। ਦੇਖੋ ਕਿਸਾਨਾਂ ਨਾਲ ਇਹਨਾਂ ਨੇ ਵਾਅਦਾ ਕੀਤਾ ਕਿ 90,000 ਕਰੋੜ ਦੀ ਕਰਜ਼ਾ ਮਾਫੀ ਕਰਾਂਗੇ। ਅੱਜ ਕਿਸਾਨ ਪੁੱਛਦਾ ਸੀ ਇਹਨਾਂ ਨੂੰ ਕਿ ਭਾਈ ਕਰਜ਼ਾ ਮਾਫੀ ਦਾ ਕੀ ਬਣਿਆ? ਪੰਜਾਬ ਦਾ ਨੌਜਵਾਨ ਪੁੱਛਦਾ ਸੀ ਕਿ ਕੈਪਟਨ ਸਾਹਿਬ ਘਰ ਘਰ ਨੌਕਰੀ ਦਾ ਕੀ ਬਣਿਆ? ਮੇਰੇ ਮੋਬਾਈਲ ਫੋਨ ਦਾ ਕੀ ਬਣਿਆ? ਸਾਡੀਆਂ ਵਿਧਵਾ ਦੇ ਬੁਢਾਪਾ ਜਿਹੜੇ ਲੋਕ ਨੇ ਪੁੱਛਦੇ ਸੀ ਸਾਡੀਆਂ ਡਿਵੈਲਪਮੈਂਟ ਦਾ ਕੀ ਬਣਿਆ? ਨਸ਼ਾ ਖਾਨ ਦੀ ਪਰਮ ਪਵਿੱਤਰ ਗੁਟਕਾ ਸਾਹਿਬ ਨੂੰ ਹੱਥ ਫੜ ਕੇ ਸਹੁੰ ਖਾਦੀ। ਅੱਜ ਉਹ ਨਸ਼ੇ ਨਾਲ ਪੰਜਾਬ ਦੇਖੋ ਕਿਸ ਪ੍ਰਕਾਰ ਨਾਲ 126 ਲੋਕ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਮਰ ਗਏ। ਨਸ਼ਾ ਮਾਫੀਆ ਹਾਵੀ, ਰੇਤਾ ਮਾਫੀਆ ਹਾਵੀ, ਸਾਰੇ ਮਾਫੀਏ ਪੰਜਾਬ 'ਚ ਵੱਧ ਚੜ ਗਏ। ਤੇ ਲੋਕ ਪੁੱਛਦੇ ਸੀ, ਇਹਨਾਂ ਨੂੰ ਜਵਾਬ ਕੋਈ ਨਹੀਂ ਹੁੰਦਾ ਸੀ। ਇਹਨਾਂ ਨੂੰ ਲੱਗਿਆ ਕਿ ਆ ਕਾਨੂੰਨਾਂ ਦਾ ਭਰਮਜਾਲ ਫੈਲਾ ਕੇ ਆਪਣੀਆਂ ਨਾਕਾਮੀਆਂ ਤੋਂ ਧਿਆਨ ਹਟਾ ਦਿਓ ਤੇ ਕਿਸਾਨਾਂ ਨੂੰ ਇਸ ਬੰਨੇ ਲਾ ਦਿਓ। ਇਹਨਾਂ ਨੇ ਭਰਮ ਫੈਲਾਉਣ ਦਾ ਕੰਮ ਕੀਤਾ। ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਦੋਂ ਜਦੋਂ ਇਹ ਜਾਗਰਤੀ ਫੈਲ ਰਹੀ ਹੈ, ਪੰਜਾਬ ਦੇ ਕਿਸਾਨ ਵੀਰਾਂ ਨੂੰ ਵੀ ਇਹ ਗੱਲ ਸਮਝ ਆ ਰਹੀ ਹੈ ਕਿ ਇਹ ਬਿੱਲ ਤੇ ਸਾਡੇ ਹਿੱਤ ਦੇ ਨੇ। ਤੁਹਾਨੂੰ ਮੈਂ ਹਰਪ੍ਰੀਤ ਜੀ ਬੜੀ ਮਜ਼ੇ ਦੀ ਗੱਲ ਸੁਣਾਉਣਾ ਹੈ। ਬਹੁਤ ਵੱਡੇ ਇਕਨੋਮਿਸਟ ਨੇ ਸਰਦਾਰਾ ਸਿੰਘ ਜੌਹਲ ਜੀ ਪੰਜਾਬ ਦੇ, ਹਾਂਜੀ ਬਿਲਕੁਲ ਠੀਕ, ਪ੍ਰਮੰਨਿਆ ਸ਼ਾਸਤਰੀ ਨੇ, ਔਰ ਉਹ ਕਦੀ ਭਾਜਪਾ ਦੇ ਸਮਰਥਕ ਨਹੀਂ ਰਹੇ, ਹਮੇਸ਼ਾ ਭਾਜਪਾ ਦੇ ਵਿਰੋਧ ਹੀ ਬੋਲਦੇ ਰਹੇ। ਉਹ ਡਟ ਕੇ ਇਹਨਾਂ ਕਾਨੂੰਨਾਂ ਦਾ ਸਮਰਥਨ ਕਰ ਰਹੇ ਨੇ। ਉਹਨਾਂ ਨੇ 5 ਦਿਨ ਪਹਿਲਾਂ ਫੇਸਬੁੱਕ ਤੇ ਇੱਕ ਪੋਸਟ ਪਾਈ। ਉਹਨਾਂ ਨੇ ਕਿਹਾ ਕਿ ਭਾਈ ਜਿਹੜੇ ਤੁਸੀਂ ਧਰਨੇ ਦੇ ਰਹੇ ਹੋ, ਵਿਰੋਧ ਕਰ ਰਹੇ ਹੋ, ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹੈ ਕਿ ਸਾਰੇ ਕਾਨੂੰਨ ਤਾਂ ਪੰਜਾਬ 'ਚ ਪਹਿਲਾਂ ਹੀ ਬਣੇ ਹੋਏ ਆ। ਵਿਰੋਧ ਕਰਨ ਬੰਗਾਲ ਵਾਲੇ, ਅਸਾਮ ਵਾਲੇ, ਬਿਹਾਰ ਵਾਲੇ, ਜਿੱਥੇ ਕੋਈ ਨਵੀਂ ਚੀਜ਼ ਹੋ ਰਹੀ ਹੈ। ਪੰਜਾਬ 'ਚ 2013 'ਚ ਹਰਪ੍ਰੀਤ ਜੀ ਕੰਟਰੈਕਟ ਫਾਰਮਿੰਗ ਦੀ ਗੱਲ ਆ ਰਹੀ ਹੈ। ਪੰਜਾਬ 'ਚ ਆਲਰੇਡੀ 2013 ਤੋਂ ਕੰਟਰੈਕਟ ਫਾਰਮਿੰਗ ਦਾ ਕਾਨੂੰਨ ਹੈ। ਮੈਂ ਤੁਹਾਨੂੰ ਕਾਨੂੰਨ ਦੀ ਕਾਪੀ ਵੀ ਦਿਖਾ ਦੇਣਾ, ਮੇਰੇ ਕੋਲ ਇੱਥੇ ਹੈਗੀ ਆ। ਜੀ ਠੀਕ ਹੈ, ਉਹ ਬਾਦਲ ਸਾਹਿਬ ਨੇ ਬਣਾਈ ਸੀ। ਬਾਦਲ ਸਾਹਿਬ ਨੇ ਬਣਾਇਆ ਕੰਟਰੈਕਟ ਫਾਰਮਿੰਗ ਦਾ ਐਕਟ। ਔਰ ਇਹ ਸਾਰੇ ਕਹਿੰਦੇ ਵੀ ਸਾਰੇ ਕਾਨੂੰਨ ਤੇ ਬਣੇ ਆ ਤੇ ਤੁਸੀਂ ਅੱਜ ਧਰਨੇ ਲਾ ਰਹੇ ਹੋ, ਤੁਸੀਂ ਉਦੋਂ ਕਿਉਂ ਨਹੀਂ ਧਰਨੇ ਲਾਏ? ਅੱਜ ਤੁਸੀਂ ਵਿਰੋਧ ਕਰ ਰਹੇ ਹੋ, ਤੁਸੀਂ ਉਦੋਂ ਕਿਉਂ ਮੂੰਹ 'ਚ ਘੁੰਗਣੀਆਂ ਪਾ ਕੇ ਬੈਠੇ ਰਹੇ? ਉਹਨਾਂ ਨੇ ਇਹ ਸਪਸ਼ਟ ਗੱਲ ਕਹੀ। ਸੋ ਇਹ ਸਿਰਫ ਭ੍ਰਮਜਾਲ, ਇੱਕ ਪੋਲਿਟਿਕਸ ਦੇ ਕਾਰਨ ਆਪਣੀਆਂ ਫੇਲਰ ਨੂੰ ਛਿਪਾਉਣ ਲਈ ਕਿਸਾਨਾਂ ਦੀ ਆੜ 'ਚ ਸਭ ਕੀਤਾ ਜਾ ਰਿਹਾ ਹੈ। ਔਰ ਹੌਲੀ-ਹੌਲੀ ਕਿਸਾਨ ਸਮਝਣਗੇ ਕਿ ਇਹ ਕਾਨੂੰਨ ਜਿਹੜੇ ਆ ਕਿਸਾਨਾਂ ਦੇ ਹਿੱਤ ਦੇ ਕਾਨੂੰਨ ਹੈ, ਕਿਸਾਨਾਂ ਦਾ ਭਲਾ ਕਰਨ ਵਾਲੇ ਕਾਨੂੰਨ ਹੈ, ਕਿਸਾਨਾਂ ਦੀ ਆਮਦਨੀ ਵਧਾਉਣ ਵਾਲੇ ਕਾਨੂੰਨ। ਬਿਲਕੁਲ ਠੀਕ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਬਿਆਨ ਕੀਤਾ ਹੈ। ਮਗਰ ਇਹਦਾ ਹੀ ਇੱਕ ਦੂਸਰਾ ਪਹਿਲੂ ਵੀ ਦੇਖ ਸਕਦੇ ਹਾਂ। ਜਿਸ ਤਰੀਕੇ ਨਾਲ ਤੁਸੀਂ ਦਿਖਾਇਆ ਕਿ 2014 ਦੇ ਵਿੱਚ, 2017 ਦੇ ਵਿੱਚ, 2019 ਦੇ ਵਿੱਚ ਕਾਂਗਰਸ ਇਸ ਨੂੰ ਖੁਦ ਸਮਰਥਨ ਕਰਦੀ ਆਈ ਹੈ।
ਹੁਣ ਆ ਕੇ ਕਾਂਗਰਸ ਨੂੰ ਲੱਗਾ ਜਦੋਂ ਇਹ ਚੀਜ਼ਾਂ ਲਾਗੂ ਹੋ ਗਈਆਂ, ਕਿਤੇ ਇਹ ਤਾਂ ਨਹੀਂ ਹੈ ਵੀ ਹੁਣ ਆ ਕੇ ਇਹਨੂੰ ਲੱਗਾ ਕਿ ਇਹ ਚੀਜ਼ਾਂ ਵਾਕਈ ਗਲਤ ਸਨ। ਇੱਕ ਇਹ ਵੀ ਹੋ ਸਕਦਾ ਕਿਉਂਕਿ ਜਿਹੜੀ ਤੁਹਾਡੀ ਭਾਈਵਾਲ ਸਰਕਾਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ, ਪਹਿਲੇ ਉਹ ਵੀ ਸਮਰਥਨ ਕਰਦੀ ਸੀ ਤੁਹਾਡੇ ਨਾਲ ਹੀ ਇਸ ਬਿੱਲ ਨੂੰ। ਬਹੁਤ ਵਧੀਆ 2-3 ਮਹੀਨੇ ਉਹਨਾਂ ਨੇ ਪੂਰਾ ਜ਼ੋਰ ਲਾਇਆ ਇਸ ਬਿੱਲ ਦੇ ਉੱਤੇ ਕਿ ਇਹ ਬਿੱਲ ਬਹੁਤ ਵਧੀਆ, ਕਿਸਾਨਾਂ ਦੇ ਹਿੱਤ ਚ ਹੈ, ਕਿਸਾਨ ਹਤੈਸ਼ੀ ਹੈ ਵਗੈਰਾ। ਮਗਰ ਹੁਣ ਉਹਨਾਂ ਨੂੰ ਵੀ ਸਮਝ ਆ ਗਈ ਕਿ ਇਹ ਬਿੱਲ ਗਲਤ ਹੈ। ਕਿਤੇ ਇਹ ਤਾਂ ਨਹੀਂ ਹੈ ਕਿ ਹੁਣ ਥੋੜੇ ਸਮੇਂ ਬਾਅਦ ਜਿਸ ਤਰੀਕੇ ਨਾਲ ਧਰਨੇ ਲੱਗ ਰਹੇ ਕਿ ਬਾਅਦ ਜੋ ਬੀਜੇਪੀ ਨੂੰ ਇਹ ਸਮਝ ਆਏਗੀ ਕਿ ਜਾਂ ਇਹ ਰਾਜਨੀਤੀ ਇਹਦੇ ਉੱਤੇ ਹੋ ਰਹੀ ਹੈ। ਹਰਪ੍ਰੀਤ ਜੀ, ਅਗਰ ਇਹਨਾਂ ਨੂੰ ਸਮਝ ਆ ਗਈ ਕਿ ਇਹ ਬਿੱਲ ਗਲਤ ਨੇ ਤੇ ਫਿਰ 2017 ਦੀ ਜਿਹੜੀ ਅਮੈਂਡਮੈਂਟ ਕੀਤੀ ਹੈ ਕੈਪਟਨ ਨੇ ਆਪਣੇ APMC ਐਕਟ 'ਚ, ਉਹਨੂੰ ਵਾਪਸ ਲੈ ਲੈਣ। ਇਹਨਾਂ ਨੇ ਖੁਦ ਤਾਂ ਕੀਤੀ ਹੋਈ ਹੈ, ਪ੍ਰਾਈਵੇਟ ਮੰਡੀ ਪੰਜਾਬ ਦਾ ਲਾਅ ਕੀਤੀ ਹੋਈ ਹੈ ਸਾਰੇ, ਔਰ 2013 ਚ ਕੰਟਰੈਕਟ ਫਾਰਮਿੰਗ ਦਾ ਕਾਨੂੰਨ ਆਪ ਬਣਾਇਆ ਹੋਇਆ ਤੇ ਬਾਦਲ ਸਾਹਿਬ ਫਿਰ ਮਾਫੀ ਮੰਗਣ ਕਿ ਵੀ ਕੰਟਰੈਕਟ ਫਾਰਮਿੰਗ ਲਈ ਕਾਨੂੰਨ ਨਹੀਂ ਬਣਾਉਣਾ ਚਾਹੀਦਾ ਸੀਗਾ। ਇਹ ਸਾਰੇ ਅੰਦਰੋਂ ਜਾਣਦੇ ਨੇ ਕਿ ਇਹ ਕਾਨੂੰਨ ਠੀਕ ਨੇ, ਕਿਸਾਨਾਂ ਦੇ ਹਿੱਤ 'ਚ ਨੇ। ਇਹਨਾਂ ਨੂੰ ਸਮੱਸਿਆ ਇਹ ਹੈ ਕਿ ਇਹ ਨਹੀਂ ਕਰ ਸਕੇ। ਇਹਨਾਂ ਦੀ ਸਰਕਾਰ ਦੀ ਕੇਂਦਰ 'ਚ ਮਨਮੋਹਨ ਸਿੰਘ ਜੀ ਨੇ ਗੱਲ ਸ਼ੁਰੂ ਕੀਤੀ, ਉਹਨਾਂ 'ਚ ਵਿਲ ਪਾਵਰ ਨਹੀਂ ਸੀ, ਮੋਦੀ ਜੀ ਨੇ ਕਰਤਾ। ਔਰ ਇਹਨੂੰ ਕਰਨ ਤੋਂ ਬਾਅਦ ਜਦੋਂ ਕਿਸਾਨਾਂ ਨੂੰ ਲਾਭ ਹੋਣਾ ਹੈ ਉਹਦਾ ਕ੍ਰੈਡਿਟ ਭਾਰਤੀ ਜਨਤਾ ਪਾਰਟੀ ਨਾ ਲੈ ਲਏ ਔਰ ਭਾਰਤੀ ਜਨਤਾ ਪਾਰਟੀ ਰਾਜਨੀਤਿਕ ਰੂਪ 'ਚ ਅੱਗੇ ਨਾ ਵਧੇ। ਇਸ ਲਈ ਐਸਾ ਭਰਮ ਦਾ ਜਾਲ ਫੈਲਾਓ ਕਿ ਕਾਨੂੰਨ ਲਾਗੂ ਹੀ ਨਾ ਹੋ ਸਕਣ ਔਰ ਕਿਸਾਨ ਨੂੰ ਜਿਹੜੀ ਬੰਦਿਸ਼ ਤੋਂ ਆਜ਼ਾਦੀ ਦੇਣ ਦਾ ਕੰਮ ਹੈ ਉਹ ਨਾ ਹੋ ਸਕੇ। ਇੱਕ ਬੜੀ ਕਨਸਪੀਰੇਸੀ ਹੈ ਕਿਸਾਨਾਂ ਨੂੰ ਬੰਦਿਸ਼ 'ਚ ਪਾ ਕੇ ਰੱਖਣ ਦੀ, ਤਾਂ ਕਿ ਉਹ ਇਹਨਾਂ ਦੀ ਵੋਟ ਬੈਂਕ ਬਣੀ ਰਹੇ। ਮੈਂ ਤੁਹਾਡੇ ਕੋਲ ਕੁਝ ਕੁਐਸਚਨ ਲੈ ਲਵਾਂ ਜਿਹੜੇ ਸਾਡੇ ਕੋਲ ਵੀ ਆਏ ਹੈਗੇ ਨੇ ਕੰਟਰੈਕਟ ਫਾਰਮਿੰਗ ਨੂੰ ਲੈ ਕੇ ਕਿ ਕਿਸਾਨਾਂ ਦੇ ਵਿੱਚ ਭਰਮ ਇਹ ਹੈਗਾ ਖਾਸ ਕਰਕੇ ਕਿ ਅਗਰ ਜਿਵੇਂ ਅਡਾਨੀ ਜਿਹੜੇ ਵੱਡੇ ਤੁਹਾਨੂੰ ਪਤਾ ਨਾ ਪਲੇਅਰ ਹੈਗੇ ਨੇ, ਉਹ ਹੁਣ ਕੋਈ 2-4 ਏਕੜ ਤੇ ਲੈਣਗੇ ਨਹੀਂ, ਉਹਨਾਂ 'ਚ ਹਜ਼ਾਰਾਂ 'ਚ ਹੋਣਗੇ। ਜਦੋਂ ਉਹਦੇ ਉੱਤੇ ਉਹਨਾਂ ਦੀ ਕੰਸਟਰਕਸ਼ਨ ਕੋਈ ਕੁਝ ਵੀ ਕੰਸਟਰਕਟ ਕਰਨਗੇ, ਉਸ ਤੋਂ ਬਾਅਦ ਉਹ ਕਿੱਧਰ ਜਾਏਗੀ? ਉਹ ਜ਼ਮੀਨ ਜਿਹੜੀ ਕਿਸਾਨ ਦੀ ਹੋਏਗੀ ਕਿ ਜਾਂ ਉਹਦੀ ਹੋਏਗੀ ਜਿਹਨੇ ਕੰਸਟਰਕਟ ਕੀਤੀ ਹੈ। ਅਗਰ ਇਹੋ ਜਿਹਾ ਡਿਸਪਿਊਟ ਹੁੰਦਾ ਤੇ ਡਿਸਪਿਊਟ ਦਾ ਲੈਵਲ ਦੇਖੋ ਤੁਸੀਂ ਕੀ ਡਿਸਪਿਊਟ ਲੈਵਲ, ਕੋਈ ਹਾਈ ਕੋਰਟ ਸੁਪਰੀਮ ਕੋਰਟ ਨਹੀਂ ਜਾ ਰਿਹਾ, ਉਹ ਜਾ ਰਿਹਾ ਇੱਕ ਜ਼ਿਲ੍ਹੇ ਦੇ ਅਧਿਕਾਰੀ ਕੋ। ਮੈਕਸਿਮਮ ਉਹਦੀ ਜਿਹੜੀ ਹੈਗੀ ਹੈ ਉਹ ਰੇਂਜ ਉਹੀ ਹੈਗੀ ਹੈ ਕਿ DC ਜਾਂ SDM। ਤੁਹਾਨੂੰ ਲੱਗਦਾ ਕਿ ਇਹ ਜਸਟੀਫਾਈ ਹੋਏਗਾ? ਬੜਾ ਤੁਸੀਂ ਬਹੁਤ ਅੱਛਾ ਸਵਾਲ ਪੁੱਛਿਆ ਹਰਪ੍ਰੀਤ ਜੀ। ਹਰਪ੍ਰੀਤ ਜੀ, ਤੁਸੀਂ ਬੜੀ ਰੈਲੀਵੈਂਟ ਕੁਐਸਚਨ ਪੁੱਛੇ ਹੈ। ਅਗਰ ਤੁਸੀਂ ਇਸ ਕੰਟਰੈਕਟ ਫਾਰਮਿੰਗ ਦੇ ਕਾਨੂੰਨ ਨੂੰ ਪੜ੍ਹੋਗੇ ਤੇ 8 ਨੰਬਰ ਕਲੌਜ਼ 'ਚ ਬੜਾ ਸਪਸ਼ਟ ਲਿਖਿਆ ਹੈ ਕਿ ਕਿਸਾਨ ਦੀ ਜ਼ਮੀਨ ਤੇ ਕੋਈ ਕੰਟਰੈਕਟ ਹੋ ਹੀ ਨਹੀਂ ਸਕਦਾ। ਕੰਟਰੈਕਟ ਹੋਏਗਾ ਉਪਜ ਦਾ, ਨਾ ਕਿਸਾਨ ਦੀ ਜ਼ਮੀਨ ਤੇ ਸੇਲ ਮੋਰਟਗੇਜ ਕੋਈ ਕੰਟਰੈਕਟ ਨਹੀਂ ਹੈ। ਕੰਟਰੈਕਟ ਉਪਜ ਦਾ ਹੋਣਾ ਹੈ, ਫਸਲ ਦਾ ਹੋਣਾ ਹੈ। ਇਸ ਕਰਕੇ ਜ਼ਮੀਨ ਦੇ ਉੱਤੇ ਤੇ ਕੰਟਰੈਕਟ ਹੀ ਨਹੀਂ ਹੈ, ਇਸ ਕਰਕੇ ਕਬਜ਼ਾ ਕਰਨ ਦੀ ਤੇ ਗੱਲ ਹੀ ਨਹੀਂ ਹੋ ਸਕਦੀ। ਕੰਟਰੈਕਟ ਜ਼ਮੀਨ ਤੇ ਕਰ ਨਹੀਂ ਸਕਦੇ। ਅਗਰ ਤੁਸੀਂ ਕਿਸਾਨ ਹੋ, ਮੈਂ ਵਪਾਰੀ ਹਾਂ, ਮੈਂ ਤੁਹਾਡੇ ਨਾਲ ਤੁਹਾਡੀ ਜ਼ਮੀਨ ਦਾ ਕੰਟਰੈਕਟ ਨਹੀਂ ਕਰ ਸਕਦਾ, ਤੁਹਾਡੀ ਫਸਲ ਦਾ ਕੰਟਰੈਕਟ ਕਰਾਂਗਾ। ਪਹਿਲੀ ਗੱਲ ਇਹ। ਉਸੇ ਕਲੌਜ਼ ਦੇ ਅੰਦਰ ਇੱਕ ਹੋਰ ਗੱਲ ਜੋੜੀ ਹੈ ਜਿਹੜੀ ਤੁਸੀਂ ਉਠਾਈ। ਅਗਰ ਕੋਈ ਵਪਾਰੀ ਕੰਟਰੈਕਟ ਕਰਦੇ ਹੋਏ, ਔਰ ਕੰਟਰੈਕਟ ਵੀ ਕੀ ਹੈ, ਘੱਟੋ ਘੱਟ ਇੱਕ ਫਸਲ, ਜ਼ਿਆਦਾ ਤੋਂ ਜ਼ਿਆਦਾ 5 ਸਾਲ, ਉਸ ਤੋਂ ਜ਼ਿਆਦਾ ਕੰਟਰੈਕਟ ਨਹੀਂ ਹੋ ਸਕਦਾ। ਔਰ ਅਗਰ ਇਹ 5 ਸਾਲ ਦਾ ਵੱਧ ਤੋਂ ਵੱਧ ਕੰਟਰੈਕਟ ਵੀ ਹੁੰਦਾ ਹੈ, ਔਰ ਅਗਰ ਕੋਈ ਵਪਾਰੀ ਕੋਈ ਕੰਪਨੀ ਕਿਸਾਨ ਦੀ ਜ਼ਮੀਨ ਤੇ ਕਿਸੇ ਤਰ੍ਹਾਂ ਦੀ ਕੰਸਟਰਕਸ਼ਨ ਕਰਦਾ ਹੈ ਜਾਂ ਕੋਈ ਵੀ ਚੀਜ਼ ਕਰਦਾ ਹੈ, ਤੇ ਉਹਦੇ ਲਈ ਮੈਂਡੇਟਰੀ ਹੋਏਗਾ, ਜ਼ਰੂਰੀ ਹੋਏਗਾ ਕਿ ਉਹ ਕੰਟਰੈਕਟ ਖਤਮ ਹੋਣ ਤੋਂ ਤੁਰੰਤ ਬਾਅਦ ਆਪਣੇ ਉਸ ਢਾਂਚੇ ਨੂੰ, ਆਪਣੀ ਉਸ ਸਟਰਕਚਰ ਨੂੰ ਉਠਾ ਲੇ। ਅਗਰ ਉਹ ਨਹੀਂ ਚੱਕਦਾ ਤੇ ਉਹਦੀ ਮਲਕੀਅਤ ਜਿਹੜੀ ਆ ਉਹ ਆਪਣੇ ਆਪ ਕਿਸਾਨ ਕੋਲ ਹੋ ਜਾਏਗੀ। ਜ਼ਮੀਨ ਤੇ ਕਿਸਾਨ ਕੋਲ ਪਹਿਲਾਂ ਹੀ ਹੈਗੀ, ਉੱਤੇ ਤੇ ਕੰਟਰੈਕਟ ਹੀ ਨਹੀਂਗਾ, ਉਹ ਸਟਰਕਚਰ ਵੀ ਕਿਸਾਨ ਦਾ ਹੋ ਜਾਏਗਾ। ਇਹ ਕਾਨੂੰਨ 'ਚ ਪ੍ਰਾਵਧਾਨ ਹੈ, ਇੰਨਾ ਜ਼ਿਆਦਾ ਕਿਸਾਨ ਪੱਖੀ ਕਾਨੂੰਨ ਬਣਾਇਆ। ਤੁਸੀਂ ਗੱਲ ਕੀਤੀ ਡਿਸਪਿਊਟ ਰੈਜ਼ੋਲੂਸ਼ਨ ਦੀ, ਇਹਨੂੰ ਵੀ ਸਮਝਣ ਦੀ ਲੋੜ ਹੈ। ਕਿਸਾਨ ਔਰ ਵਪਾਰੀ 'ਚ ਅਗਰ ਡਿਸਪਿਊਟ ਹੋ ਗਿਆ, ਉਹ ਡਿਸਪਿਊਟ SDM ਕੋਲ ਜਾਏਗਾ। ਹੁਣ ਉਸ ਡਿਸਪਿਊਟ ਦੇ ਅੰਦਰ ਜਿਹੜੇ ਰੂਲਸ ਬਣੇ ਹੈ ਉਹ ਇੰਨੇ ਕਿਸਾਨ ਪੱਖੀ ਹੈ ਕਿ ਜਦੋਂ SDM ਕੋਲ ਜਾਏਗਾ, ਕਿਸਾਨ ਦੇ ਵੱਲੋਂ 2 ਪੰਚ ਜਿਹੜੇ ਆ ਉਹ ਪੇਸ਼ ਹੋਣਗੇ, ਵਪਾਰੀ ਵੱਲੋਂ ਵੀ 2 ਲੋਕ ਆਣਗੇ। ਇਹ ਲੋਕ ਬੈਠ ਕੇ ਆਪਸ ਵਿੱਚ ਸਮਝੌਤੇ ਦੀ ਕੋਸ਼ਿਸ਼ ਕਰਨਗੇ। ਅਗਰ ਉਹ ਸਮਝੌਤਾ ਨਹੀਂ ਸਿਰੇ ਚੜਦਾ ਤੇ ਫਿਰ SDM ਫੈਸਲਾ ਦੇਗਾ। SDM ਜਦੋਂ ਫੈਸਲਾ ਦੇਗਾ, ਅਗਰ 30 ਦਿਨ, SDM ਨੂੰ 30 ਦਿਨ 'ਚ ਫੈਸਲਾ ਦੇਣਾ ਜ਼ਰੂਰੀ ਹੈ। ਦੇਖੋ ਆਪਾਂ ਦੇਖਿਆ ਸਿਵਲ ਕੋਰਟਾਂ 'ਚ 20-20 ਸਾਲ ਕੇਸ ਨਹੀਂ ਮੁੱਕਦੇ, ਕਿਸਾਨ ਨੂੰ 30 ਦਿਨ 'ਚ ਫੈਸਲਾ ਮਿਲ ਜਾਣਾ। ਅਗਰ 30 ਦਿਨ 'ਚੋਂ ਫੈਸਲਾ ਕਿਸਾਨ ਨੂੰ ਜਾਂ ਵਪਾਰੀ ਨੂੰ ਕਿਸੇ ਨੂੰ ਵੀ ਮਨਜ਼ੂਰ ਨਹੀਂ ਹੈ, ਉਹ ਕਲੈਕਟਰ ਕੋਲ ਜਾਏਗਾ, ਉੱਥੇ ਵੀ 30 ਦਿਨ 'ਚ ਫੈਸਲਾ ਹੋਣਾ ਹੈ। ਉਹਦੇ ਬਾਅਦ ਫਿਰ ਹਿੰਦੁਸਤਾਨ ਸਰਕਾਰ ਦੇ ਜੁਆਇੰਟ ਹੋ ਜਾਏਗਾ, ਉੱਥੇ ਵੀ 30 ਦਿਨ, ਯਾਨੀ ਕੁੱਲ 90 ਦਿਨ 'ਚ ਕਿਸਾਨ ਨੂੰ ਜਿਹੜਾ ਹੈ ਉਹ ਫੈਸਲਾ ਮਿਲ ਜਾਣਾ ਹੈ। ਸਾਲਾਂ ਸਾਲ ਕਿਸਾਨ ਸਾਡੇ ਜਿਹੜੇ ਸਿਵਲ ਕੋਰਟਸ ਧੱਕੇ ਖਾਂਦੇ ਸੀ, ਉਹ ਤੋਂ ਛੁਟਕਾਰਾ ਦਿਲਾਉਣ ਲਈ ਉਹਦੇ ਜਦੋਂ ਰੂਲ ਬਣਨਗੇ, ਇੰਨਾ ਜ਼ਿਆਦਾ ਕਿਸਾਨ ਪੱਖੀ ਹੈ
ਇੰਨੀਆਂ ਜ਼ਿਆਦਾ ਗਾਈਡਲਾਈਨਸ ਆਉਣਗੀਆਂ ਕਿ ਕੋਈ ਵੀ ਐਸਡੀਐਮ ਕੋਈ ਵੀ ਕਲੈਕਟਰ ਜ਼ਰੂਰਤ ਨਹੀਂ ਕਰੇਗਾ ਕਿ ਕਿਸਾਨ ਦੇ ਖਿਲਾਫ ਜਾ ਕਰਕੇ ਅਗਰ ਗਲਤ ਗੱਲ ਹੈ ਤੇ ਕੋਈ ਫੈਸਲਾ ਕਰ ਸਕੇ। और ਇਹਦੇ ਵਿੱਚ ਮੈਂ ਇੱਕ ਗੱਲ ਹੋਰ ਜੋੜ ਗਿਆ, ਦੇਖੋ ਕਿੰਨਾ ਕਿਸਾਨ ਪੱਖੀ ਹੈ। ਅਗਰ ਫੈਸਲਾ ਵਪਾਰੀ ਦੇ ਖਿਲਾਫ ਹੁੰਦਾ ਹੈ ਤੇ ਵਪਾਰੀ ਦੇ ਉੱਪਰ ਜੁਰਮਾਨਾ ਲਗਾਉਣ ਦਾ ਪ੍ਰੋਵੀਜ਼ਨ ਹੈ। ਅਗਰ ਫੈਸਲਾ ਕਿਸਾਨ ਦੇ ਖਿਲਾਫ ਹੁੰਦਾ ਹੈ, ਕਿਸਾਨ ਕੋਲੇ 1 ਰੁਪਿਆ ਵੀ ਜੁਰਮਾਨਾ ਨਹੀਂ ਲਿਆ ਜਾ ਸਕਦਾ। ਜੋ ओरिजिनल ਅਮਾਉਂਟ ਹੈ ਕੰਟਰੈਕਟ ਦੀ, ਕਿਸਾਨ ਨੇ ਬਸ ਉਹੀ ਵਾਪਸ ਕਰਨੀ ਹੈ। ਇੰਨੀਆਂ ਛੋਟੀਆਂ ਗੱਲਾਂ ਦਾ ਵੀ ਧਿਆਨ ਇਹਦੇ 'ਚ ਰੱਖਿਆ ਗਿਆ ਹੈ। ਔਰ ਅਗਰ ਇਹ 90 ਦਿਨ ਦੇ ਫੈਸਲੇ ਤੋਂ ਬਾਅਦ ਵੀ ਕਿਸਾਨ ਸਹਿਮਤ ਨਹੀਂ ਹੈ ਤੇ ਉਹ ਹਾਈ ਕੋਰਟ ਜਾ ਸਕਦਾ ਹੈ। ਲੇਕਿਨ ਤੁਸੀਂ ਇੱਕ ਗੱਲ ਦੇਖੋ, ਰੈਵਨਿਊ ਦੇ ਫੈਸਲੇ ਵੀ ਤੇ ਇੱਥੇ ਹੁੰਦੇ ਪਏ ਨੇ, ਇਦਾਂ ਹੀ ਹੁੰਦੇ ਪਏ ਨੇ। ਸੋ ਇਸ ਕੰਟਰੈਕਟ ਫਾਰਮਿੰਗ ਦਾ ਡਿਸਪਿਊਟ ਰੈਜ਼ੋਲੂਸ਼ਨ ਹੈ ਨਾ, ਇਹਦੇ 'ਚ ਕੋਸ਼ਿਸ਼ ਇਹ ਕੀਤੀ ਹੈ ਸਰਕਾਰ ਨੇ ਕਿ ਕਿਸਾਨ ਨੂੰ ਜਲਦੀ ਫੈਸਲਾ ਮਿਲ ਜਾਏ, ਉਹਦੇ 'ਚ ਉਹਨੂੰ ਜ਼ਿਆਦਾ ਦੂਰ ਨਾ ਜਾਣਾ ਪਵੇ, ਜ਼ਿਆਦਾ ਪੈਸੇ ਨਾ ਖਰਚ ਕਰਨੇ ਪੈਣ। ਔਰ ਮੈਨੂੰ ਲੱਗਦਾ ਹੈ ਕਿਸਾਨ ਪੱਖੀ ਨਿਰਣੈ ਹੈ, ਕਿਸਾਨਾਂ ਨੂੰ ਪੱਕਾ ਲਾਭ ਹੋਵੇਗਾ। ਤੁਸੀਂ ਬਹੁਤ ਵਧੀਆ ਇਸ ਨੂੰ ਬਿਆਨ ਕੀਤਾ। ਮੈਂ ਇਸੇ ਨੂੰ ਥੋੜਾ ਜਿਹਾ ਵਧਾਉਣਾ ਚਾਹੁੰਦਾ ਕਿਉਂਕਿ ਬਹੁਤ ਸਾਰੀਆਂ ਵੀਡੀਓਜ਼ ਓਬਵੀਅਸਲੀ ਮੇਰੇ ਖਿਆਲ ਨਾਲ ਤੁਸੀਂ ਵੀ ਜ਼ਰੂਰ ਦੇਖੀ ਹੋਵੇਗੀ। ਮੈਡਮ ਸੁਸ਼ਮਾ ਸਵਰਾਜ ਵਰਗੀ, ਉਹਨਾਂ ਦੀ ਵੀਡੀਓ ਦੇ ਵਿੱਚ ਉਹ ਦਿਖਾਈ ਦਿੰਦੇ ਨੇ ਕਿ ਉਹਨਾਂ ਦੇ ਅਗੇਂਸਟ, ਓਬਵੀਅਸਲੀ ਉਹ ਤੁਹਾਨੂੰ ਪਤਾ ਹੋਵੇਗਾ। ਤੁਸੀਂ ਉਸ ਵੀਡੀਓ ਨੂੰ ਕਿੱਦਾਂ ਜਸਟੀਫਾਈ ਕਰ ਪਾਓਗੇ ਜਾਂ ਕਿਸ ਤਰੀਕੇ ਨਾਲ ਤੁਸੀਂ ਉਹਨੂੰ ਲੈਂਦੇ ਜੀ? ਹਰਪ੍ਰੀਤ ਜੀ, ਤੁਸੀਂ ਔਰ ਮੈਂ ਗੱਲਬਾਤ ਕਰ ਰਹੇ ਹਾਂ, ਅਗਰ ਤੁਸੀਂ ਮੇਰੇ ਵਿੱਚੋਂ ਕੋਈ ਅੱਧੇ ਮਿੰਟ ਦੀ ਜਾਂ 1 ਮਿੰਟ ਦੀ ਕਟਿੰਗ ਕਰਕੇ ਦੇਖੋਗੇ ਤਾਂ ਤੁਹਾਨੂੰ ਸਮਝ ਨਹੀਂ ਆਏਗੀ ਕਿ ਮੈਂ ਕਿਸ ਕੰਟੈਕਸਟ 'ਚ ਗੱਲ ਕਰ ਰਿਹਾ। ਸੁਸ਼ਮਾ ਸਵਰਾਜ ਦੀ ਜਿਹੜੀ ਉਹ ਵੀਡੀਓ ਹੈ, ਸੰਸਦ ਦੇ ਅੰਦਰ ਜਦੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਨੇ ਰਿਟੇਲ ਸੈਕਟਰ 'ਚ, ਮਲਟੀ ਬ੍ਰਾਂਡ ਰਿਟੇਲ 'ਚ ਐਫਡੀਆਈ ਲੈ ਕੇ ਆਉਣ ਦੀ ਗੱਲ ਕੀਤੀ ਕਿ ਵਾਲਮਾਰਟ ਵੱਡੀਆਂ ਕੰਪਨੀਆਂ ਰਿਟੇਲ, ਉਸ ਕੰਸਰਨ 'ਚ ਸੁਸ਼ਮਾ ਸਵਰਾਜ ਜੀ ਦੀ ਉਹ ਵੀਡੀਓ ਹੈ। ਉਹ ਸਾਰੀ ਡਿਸਕਸ਼ਨ ਹੋ ਰਹੀ ਹੈ ਕਿ ਰਿਟੇਲ ਸੈਕਟਰ 'ਚ ਵਿਦੇਸ਼ੀ ਕੰਪਨੀਆਂ ਆਉਣੀਆਂ ਚਾਹੀਦੀਆਂ ਕਿ ਨਹੀਂ ਆਉਣੀਆਂ ਚਾਹੀਦੀਆਂ। ਉਸ ਡਿਬੇਟ ਦਾ ਇਹਨਾਂ ਇਸ਼ੂਜ਼ ਨਾਲ ਕੋਈ ਤਾਲੁਕਾਤ ਨਹੀਂ ਹੈ। ਉਹ ਸਿਰਫ ਤੁਸੀਂ ਉਸ ਕੰਟੈਕਸਟ ਨੂੰ ਸਮਝੋ। ਅਸੀਂ ਉਦੋਂ ਇਸ ਗੱਲ ਦਾ ਵਿਰੋਧ ਕਰ ਰਹੇ ਸੀ ਕਿ ਰਿਟੇਲ ਸੈਕਟਰ ਨੂੰ ਤੁਸੀਂ ਸਟਰਕਚਰਡ ਕਰਨਾ ਹੈ, ਅਗਰ ਮਾਡਰਨਾਈਜ਼ ਕਰਨਾ ਹੈ ਤੇ ਪਹਿਲਾਂ ਹਿੰਦੁਸਤਾਨ ਦੀਆਂ ਕੰਪਨੀਆਂ ਨੂੰ ਮਾਡਰਨਾਈਜ਼ ਕਰ ਲੈਣ ਦਿਓ, ਫਿਰ ਵਿਦੇਸ਼ੀ ਕੰਪਨੀਆਂ ਨੂੰ ਲੈ ਕੇ ਆਓ। ਉਹ ਸਾਰੀ ਡਿਸਕਸ਼ਨ ਉਸ ਕੰਟੈਕਸਟ ਹੋ ਰਹੀ ਸੀ, ਉਹਦਾ ਮੰਡੀ ਕਾਨੂੰਨਾਂ ਨਾਲ ਜਾਂ ਖੇਤੀ ਦੇ ਕਾਨੂੰਨਾਂ ਨਾਲ ਕੋਈ ਸੰਦਰਭ ਨਹੀਂ ਸੀਗਾ। ਕਿਸਾਨਾਂ ਦਾ ਇੱਕ ਹੋਰ ਖਦਸ਼ਾ ਹੈ ਕਿ ਜਿਹੜਾ ਐਮਐਸਪੀ ਨੂੰ ਉਹਨਾਂ ਦੀ ਡਿਮਾਂਡ ਹੈਗੀ ਹੈ ਵੀ ਕਾਨੂੰਨ ਦੇ ਵਿੱਚ ਲੈ ਕੇ ਆਓ, ਇਹ ਉਹਨਾਂ ਦੀ ਡਿਮਾਂਡ ਹੈ। ਦੂਸਰੇ ਨੰਬਰ ਤੇ ਉਹਨਾਂ ਦਾ ਖਦਸ਼ਾ ਇਹ ਕਿ ਇਹ ਐਮਐਸਪੀ ਨੂੰ ਖਤਮ ਕਰਕੇ, ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਅਸੀਂ ਐਮਐਸਪੀ ਨੂੰ ਨਹੀਂ ਖਤਮ ਕਰ ਦੇਵੇ, ਮਗਰ ਤੁਸੀਂ ਐਫਸੀਆਈ ਨੂੰ ਖਤਮ ਕਰਨ ਵੱਲ ਜਾ ਰਹੇ ਹੋ। ਐਫਸੀਆਈ ਨੂੰ ਬਿਹਤਰ ਬਣਾਇਆ ਜਾ ਸਕਦਾ, ਜਿਸ ਤਰੀਕੇ ਨਾਲ ਕੱਲ ਉਹਨਾਂ ਨੇ ਵੀ ਕਿਹਾ, ਤੁਹਾਡੇ ਕੇਜਰੀਵਾਲ ਹੋਣਾ ਦਿੱਲੀ ਦੇ ਮੁੱਖ ਮੰਤਰੀ ਨੇ, ਉਹਨਾਂ ਨੇ ਕਿਹਾ ਵੀ ਅਸੀਂ ਸਕੂਲਾਂ ਨੂੰ ਬਿਹਤਰ ਕੀਤਾ, ਸਰਕਾਰੀ ਅਦਾਰਿਆਂ ਨੂੰ ਬਿਹਤਰ ਕੀਤਾ, ਨਾ ਕਿ ਉਹਨਾਂ ਨੂੰ ਖਤਮ ਕੀਤਾ। ਇਸ ਚੀਜ਼ ਨੂੰ ਤੁਸੀਂ ਕਿਸ ਤਰੀਕੇ ਨਾਲ ਲੈਂਦੇ? ਮੈਂ ਤੇ ਸਰਪ੍ਰੀਤ ਜੀ ਦੱਸਣਾ ਤੁਹਾਨੂੰ ਚਾਹੁੰਦਾ ਪਹਿਲੀ ਗੱਲ ਤੇ ਕਿ ਇਹ ਸਾਰੇ ਖਦਸ਼ੇ ਨੇ। ਸਾਡੀ ਸਰਕਾਰ ਐਫਸੀਆਈ ਨੂੰ ਖਤਮ ਕਰਨ ਦੀ ਕੋਈ ਮਨਸ਼ਾ ਨਹੀਂ ਰੱਖਦੀ। ਤੁਸੀਂ ਦੇਖੋ, ਕਿਉਂਕਿ ਜਦੋਂ ਮੈਂ ਤੁਹਾਨੂੰ ਇੱਕ ਗੱਲ ਕਹਿ ਰਿਹਾ, ਤੁਹਾਡੇ ਦਰਸ਼ਕ ਤੇ ਬਹੁਤ ਸਾਰੇ ਪੜ੍ਹੇ ਲਿਖੇ ਨੇ, ਐਕਸ਼ਨ ਸਪੀਕਸ ਲਾਊਡਰ ਦੈਨ ਵਰਡਸ। 6 ਸਾਲ ਦਾ ਮੋਦੀ ਸਰਕਾਰ ਦਾ ਤੁਸੀਂ ਜੋ ਕੰਮ ਨੇ ਰਿਗਾਰਡਿੰਗ ਐਮਐਸਪੀ, ਰਿਗਾਰਡਿੰਗ ਪ੍ਰੋਕਿਉਰਮੈਂਟ, ਅਸੀਂ 1.5 ਗੁਣਾ ਤੋਂ ਲੈ ਕੇ 2 ਗੁਣਾ ਤੱਕ ਜਿਹੜੀ ਹੈ ਐਮਐਸਪੀ ਵਧਾਈ ਪਿਛਲੇ 6 ਸਾਲਾਂ 'ਚ ਕਣਕ ਦੀ ਔਰ ਝੋਨੇ ਦੀ। ਅਸੀਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਕੇ ਲਾਗਤ ਮੁੱਲ ਨੂੰ ਜੋੜਿਆ ਐਮਐਸਪੀ ਨਾਲ, ਲਾਗਤ ਮੁੱਲ ਦਾ 1.5 ਗੁਣਾ ਐਮਐਸਪੀ ਮਿਲੇ। ਅਸੀਂ ਕਾਨੂੰਨ ਬਣਾ ਕੇ ਗੱਲ ਕਹੀ। ਅਗਰ ਤੁਸੀਂ ਪ੍ਰੋਕਿਉਰਮੈਂਟ ਦੀ ਗੱਲ ਕਰੋਗੇ, ਸਰਕਾਰੀ ਖਰੀਦ ਦੀ ਗੱਲ ਕਰੋਗੇ, ਸਾਡੀ ਸਰਕਾਰ ਦਾ ਰਿਕਾਰਡ, ਅਸੀਂ 2.5 ਗੁਣਾ ਜ਼ਿਆਦਾ ਸਰਕਾਰੀ ਖਰੀਦ ਕੀਤੀ ਹੈ ਝੋਨੇ ਦੀ 2019-20 ਚ। ਦਾਲਾਂ ਦੀ 2013-14 ਚ ਹੋਈ, ਮਨਮੋਹਨ ਸਿੰਘ ਜੀ ਦੇ ਆਖਰੀ ਸਾਲ, ਉਸ ਤੋਂ 75 ਗੁਣਾ ਜ਼ਿਆਦਾ, 75 ਟਾਈਮ ਜ਼ਿਆਦਾ ਖਰੀਦ ਅਸੀਂ ਪਿਛਲੇ ਸਾਲ ਕੀਤੀ ਹੈ। ਇਸ ਕਰਕੇ ਅਸੀਂ ਐਫਸੀਆਈ ਨੂੰ ਵੀ ਮਜ਼ਬੂਤ ਕਰਨਾ ਹੈ, ਅਸੀਂ ਸਰਕਾਰੀ ਖਰੀਦ ਵੀ ਵਧਾ ਰਹੇ ਹਾਂ, ਅਸੀਂ ਐਮਐਸਪੀ ਨੂੰ ਵੀ ਵਧਾ ਰਹੇ ਹਾਂ। ਲੇਕਿਨ ਇਹ ਸਭ ਕਰਦੇ ਕਰਦੇ ਅਸੀਂ ਇਹ ਚਾਹੁੰਦੇ ਹਾਂ ਕਿ ਕਿਸਾਨਾਂ ਨੂੰ ਹੋਰ ਜ਼ਿਆਦਾ ਆਲਟਰਨੇਟ ਮਿਲਣ, ਉਹਨਾਂ ਨੂੰ ਪ੍ਰਾਈਵੇਟ ਤੇ ਵੀ ਜਾ ਕੇ ਵੇਚਣ ਦੀ ਸੁਤੰਤਰਤਾ ਮਿਲੇ, ਫਸਲਾਂ ਦਾ ਵਿਵਿਧੀਕਰਨ ਹੋਵੇ, ਡਾਈਵਰਸਿਫਿਕੇਸ਼ਨ ਹੋਵੇ, ਸਟੋਰੇਜ ਕੈਪੈਸਿਟੀ ਵਧੇ, ਕੋਲਡ ਸਟੋਰੇਜ ਚੇਨ ਵਧੇ, ਪ੍ਰਾਈਵੇਟ ਇਨਵੈਸਟਮੈਂਟ ਆਏ ਕੋਲਡ ਸਟੋਰੇਜ ਦੇ ਅੰਦਰ, ਇੰਫਰਾਸਟ੍ਰਕਚਰ ਇੰਪਰੂਵ ਹੋਵੇ। ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਾਂ ਹਰਪ੍ਰੀਤ ਜੀ, ਹਿੰਦੁਸਤਾਨ ਇੱਕ ਐਸਾ ਦੇਸ਼ ਹੈ ਜਿੱਥੇ ਸਭ ਤੋਂ ਜ਼ਿਆਦਾ ਵੇਸਟੇਜ ਹੁੰਦੀ ਹੈ ਫੂਡ ਗ੍ਰੇਨਸ ਦੀ, ਸਭ ਤੋਂ ਜ਼ਿਆਦਾ ਵੇਸਟੇਜ। ਬਿਲਕੁਲ ਠੀਕ। ਸਾਡੀਆਂ ਫਲ ਤੇ ਸਬਜ਼ੀਆਂ, ਲਗਭਗ 20% ਫਲ ਤੇ ਸਬਜ਼ੀਆਂ ਸਾਡੀਆਂ ਹਰ ਸਾਲ ਵੇਸਟ ਹੋ ਜਾਂਦੀਆਂ ਕਿਉਂਕਿ ਸਾਡੇ ਕੋਲ ਸਟੋਰੇਜ ਦੀ ਫੈਸਿਲਿਟੀ ਨਹੀਂ ਹੈ। ਕਿਉਂ ਨਹੀਂ ਹੈ? ਕਿਉਂਕਿ ਪ੍ਰਾਈਵੇਟ ਇਨਵੈਸਟਮੈਂਟ ਨਹੀਂ ਹੈਗੀ। ਇਸ ਕਰਕੇ
ਇਹਨਾਂ ਤਿੰਨਾਂ ਕਾਨੂੰਨਾਂ ਦੇ ਆਉਣ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਠੀਕ ਹੋਣਗੀਆਂ ਪਰ ਕਿਸਾਨ ਨੂੰ ਦੀ ਉਪਜ ਦਾ ਚੰਗਾ ਮੁੱਲ ਵੀ ਮਿਲੇਗਾ ਔਰ ਸਾਡੀ ਬਿਲਕੁਲ ਕਮਿਟਮੈਂਟ ਹੈ। ਤੁਸੀਂ ਗੱਲ ਕਹੀ ਕਿ ਐਮਐਸਪੀ ਕਾਨੂੰਨ 'ਚ ਕਿਉਂ ਨਹੀਂ ਲੈ ਕੇ ਆਉਂਦੇ, ਇੰਨੇ ਸਾਲ ਤੋਂ ਐਮਐਸਪੀ ਮਿਲ ਰਹੀ ਹੈ, 6.5 ਸਾਲ 'ਚ ਵੀ ਐਮਐਸਪੀ ਮਿਲੀ। ਅੱਜ ਜਦੋਂ ਅਸੀਂ ਚਰਚਾ ਕਰ ਰਹੇ ਹਾਂ ਤੁਸੀਂ ਪੰਜਾਬ ਦੀਆਂ ਮੰਡੀਆਂ ਜਾ ਕੇ ਦੇਖੋ, ਰਿਕਾਰਡ ਪ੍ਰੋਕਿਉਰਮੈਂਟ ਹੋ ਰਹੀ ਹੈ, ਐਫਸੀਆਈ ਪ੍ਰੋਕਿਉਰ ਕਰ ਰਹੀ ਹੈ, ਹਾਂਜੀ ਸਰਕਾਰੀ ਖਰੀਦ ਚੱਲ ਰਹੀ ਹੈ, ਐਮਐਸਪੀ ਵਧਾ ਕੇ ਚੱਲ ਰਹੀ ਹੈ। ਅਗਲੇ ਸਾਲ ਕਣਕ ਆਉਣੀ ਹੈ, ਅਸੀਂ ਰੱਬੀ ਦੀਆਂ ਫਸਲਾਂ ਦੀ ਐਮਐਸਪੀ ਆਲਰੇਡੀ ਡਿਕਲੇਅਰ ਕਰਤੀ ਹੈ ਵਧਾ ਕੇ। ਐਮਐਸਪੀ ਬਿਨਾਂ ਕਾਨੂੰਨ ਤੋਂ ਚੱਲ ਰਹੀ ਹੈ, ਐਮਐਸਪੀ ਕੈਬਨਿਟ ਦਾ ਡਿਸੀਜਨ ਸੀ ਔਰ ਉਸ ਕੈਬਨਿਟ ਦੇ ਡਿਸੀਜਨ ਕਰਕੇ ਦੇਸ਼ 'ਚ ਐਮਐਸਪੀ ਮਿਲ ਰਹੀ ਹੈ। ਉਹ ਕਹਿੰਦੇ ਐਜ਼ ਇਟ ਇਜ਼ ਇਹ ਕਾਨੂੰਨ ਮੰਡੀਕਰਨ ਦਾ ਕਾਨੂੰਨ ਹੈ, ਜਿੱਦਾਂ ਪੰਜਾਬ 'ਚ ਮੰਡੀ ਐਕਟ ਹੈ ਉਦਾਂ ਹੀ ਇਹ ਪੈਰਲਲ ਮੰਡੀ ਦਾ ਕਾਨੂੰਨ ਕਿ ਹਿੰਦੁਸਤਾਨ 'ਚ ਇੱਕ ਪੈਰਲਲ ਮੰਡੀ ਖੜੀ ਹੋਵੇ। ਨਾ ਪੰਜਾਬ ਦੇ ਮੰਡੀ ਕਾਨੂੰਨ 'ਚ ਐਮਐਸਪੀ ਦੀ ਗੱਲ ਹੈ ਨਾ ਇਸ ਮੰਡੀ ਕਾਨੂੰਨ 'ਚ ਐਮਐਸਪੀ ਦੀ ਗੱਲ ਹੈ, ਜ਼ਰੂਰਤ ਵੀ ਨਹੀਂ ਹੈ ਕਿਉਂਕਿ ਐਮਐਸਪੀ ਜਿਹੜੀ ਹੈ ਉਹ ਕੈਬਨਿਟ ਦੇ ਡਿਸੀਜਨ ਨਾਲ, ਐਗਜ਼ੀਕਿਊਟਿਵ ਡਿਸੀਜਨ ਨਾਲ ਦੇਸ਼ 'ਚ ਆਲਰੇਡੀ ਲਾਗੂ ਹੈ। ਔਰ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਇਹ ਗੱਲ ਕਹਿ ਰਿਹਾ ਹੈ ਕਿ ਐਮਐਸਪੀ ਰਹੇਗੀ, ਜਦੋਂ ਦੇਸ਼ ਦਾ ਕ੍ਰਿਸ਼ੀ ਮੰਤਰੀ ਪਾਰਲੀਮੈਂਟ 'ਚ ਖੜੇ ਹੋ ਕੇ ਕਹਿ ਰਿਹਾ ਹੈ ਤੇ ਮੈਨੂੰ ਲੱਗਦਾ ਹੈ ਕਿ ਉਹ ਕਾਨੂੰਨ ਨਾਲੋਂ ਵੀ ਜ਼ਿਆਦਾ ਇੰਪੋਰਟੈਂਟ ਗੱਲ ਹੈ। ਔਰ ਸਾਡਾ ਕਿਰਦਾਰ, ਅਸੀਂ ਪਿਛਲੇ 6 ਸਾਲਾਂ 'ਚ ਐਮਐਸਪੀ ਵੀ ਵਧਾਈ, ਸਰਕਾਰੀ ਖਰੀਦ ਵੀ ਵਧਾਈ, ਅੱਗੇ ਵੀ ਵਧਾਣੀ ਹੈ। ਸੋ ਮੈਂ ਇਹ ਤੁਹਾਨੂੰ ਇਸ ਵਿਸ਼ੇਸ਼ ਕਹਿਣਾ ਸੀ। ਇੱਕ ਦੋ ਚੀਜ਼ਾਂ ਹੈਗੀਆਂ ਜਿਹੜੀਆਂ ਜਾਣ ਤੋਂ ਪਹਿਲੇ ਮੈਂ ਜ਼ਰੂਰ ਪੁੱਛਣਾ ਚਾਹਾਂਗਾ। ਪੰਜਾਬੀ ਪਤਾ ਨਹੀਂ ਇਹ ਕਿਉਂ ਮੰਨਦੇ ਨੇ ਕਿ ਜਿਹੜੀ ਮੋਦੀ ਸਰਕਾਰ ਹੈ ਇਹ ਪੰਜਾਬੀਆਂ ਦੇ ਖਿਲਾਫ ਹੈ। ਤੁਸੀਂ ਸੁਣਿਆ ਹੋਵੇਗਾ ਆਬਵੀਅਸ, ਪੰਜਾਬ 'ਚ ਤੁਸੀਂ ਰਹਿਣ ਵਾਲੇ ਹੋ, ਤੇ ਇਹ ਕੀ ਕਾਰਨ ਕੀ ਹੈ ਕਿ ਪੰਜਾਬੀਆਂ ਨੂੰ ਕਿਉਂ ਲੱਗਦਾ ਕਿ ਮੋਦੀ ਸਰਕਾਰ ਪੰਜਾਬੀਆਂ ਦੇ ਅਗੇਂਸਟ ਆ? ਫਿਰ ਮੈਂ ਇੱਕ ਦੋ ਸਵਾਲ ਇਹ ਮੋਦੀ ਸਰਕਾਰ ਤੋਂ ਲੈਣੇ। ਹਰਪ੍ਰੀਤ ਜੀ, ਪਹਿਲੀ ਗੱਲ ਤੇ ਇਹ ਕਿ ਪੰਜਾਬੀਆਂ ਨੂੰ ਨਹੀਂ ਲੱਗਦਾ, ਹਾਂ ਕੁਝ ਲੋਕਾਂ ਨੂੰ ਜ਼ਰੂਰ ਇਹ ਲੱਗਦਾ ਹੋ ਸਕਦਾ ਹੈ। ਤੁਸੀਂ ਮੈਨੂੰ ਇੱਕ ਗੱਲ ਦੱਸੋ, 1984 ਦੇ ਜਿਹੜਾ ਕਤਲੇਆਮ ਹੋਇਆ ਸਾਡੇ ਸਿੱਖ ਭਰਾਵਾਂ ਦਾ ਦਿੱਲੀ ਦੇ ਅੰਦਰ, ਕਿੰਨੀਆਂ ਸਰਕਾਰਾਂ ਆਈਆਂ ਤੇ ਕਿੰਨੀਆਂ ਚਲੀਆਂ ਗਈਆਂ, ਕੋਈ ਇਨਸਾਫ ਨਹੀਂ ਮਿਲਿਆ। ਮੋਦੀ ਸਾਹਿਬ ਦੀ ਸਰਕਾਰ ਬਣੀ, ਮੋਦੀ ਸਾਹਿਬ ਦੀ ਸਰਕਾਰ ਬਣਨ ਤੋਂ ਬਾਅਦ ਐਸਆਈਟੀ ਬਣੀ, ਉਸ ਐਸਆਈਟੀ ਨੇ ਫਾਈਲਾਂ ਖੋਲੀਆਂ ਔਰ ਜਿਹੜੇ ਜਗਦੀਸ਼ ਟਾਈਟਲਰ ਵਰਗੇ ਲੋਕ ਦੰਦਨਾਉਂਦੇ ਫਿਰਦੇ ਸੀ, ਚੁਣਾਵ ਵੀ ਲੜਦੇ ਸੀ, ਚੋਣਾਂ ਵੀ ਜਿੱਤਦੇ ਸੀ, ਅੱਜ ਉਹ ਜੇਲ੍ਹ ਦੀਆਂ ਸਲਾਖਾਂ ਦੇ ਅੰਦਰ ਨੇ। ਇਹ ਮੋਦੀ ਸਰਕਾਰ ਨੇ ਜਿਹੜਾ ਇਨਸਾਫ ਦਿਲਾਇਆ, ਕਿਆ ਇਹ ਪੰਜਾਬ ਵਿਰੋਧੀ ਕੰਮ ਹੈ? ਅਸੀਂ ਪੰਜਾਬੀ ਲੰਬੇ ਸਮੇਂ ਤੋਂ ਮੰਗ ਕਰਦੇ ਆ ਰਹੇ ਸੀ ਕਿ ਸਾਨੂੰ ਕਰਤਾਰਪੁਰ ਸਾਹਿਬ ਜਾਣ ਦੀ, ਦਰਸ਼ਨ ਦੀਦਾਰ ਦੀ ਸਾਡੇ ਮਨ 'ਚ ਇੱਛਾ ਸੀ, ਸਭ ਪੰਜਾਬੀਆਂ ਦੀ ਸੀ, ਹਿੰਦੂ ਪੰਜਾਬੀਆਂ ਦੀ ਵੀ ਸੀ, ਸਿੱਖ ਪੰਜਾਬੀਆਂ ਦੀ ਵੀ ਸੀ, ਪੂਰੇ ਪੰਜਾਬੀਆਂ ਦੀ ਸੀ। ਉਸ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਖੋਲਣ ਦਾ ਕੰਮ ਕਿਹਨੇ ਕੀਤਾ? ਦੇਸ਼ ਦੇ ਆਦਰਣੀ ਪ੍ਰਧਾਨ ਮੰਤਰੀ ਜੀ ਨੇ ਕੀਤਾ। ਕਿਆ ਇਹ ਪੰਜਾਬ ਵਿਰੋਧੀ ਕੰਮ ਹੈ? ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 550ਵਾਂ ਪ੍ਰਕਾਸ਼ ਪੁਰਬ ਅਸੀਂ ਮਨਾਇਆ। ਤੁਸੀਂ ਇਹ ਦੇਖੋ, ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਹਿੰਦੁਸਤਾਨ ਦੀਆਂ ਸਾਰੀਆਂ ਭਾਸ਼ਾਵਾਂ 'ਚ ਟ੍ਰਾਂਸਲੇਸ਼ਨ ਕਰਨ ਦਾ ਕੰਮ ਇਸ ਸਰਕਾਰ ਨੇ ਕੀਤਾ। ਦੁਨੀਆ ਦੇ ਅੰਦਰ ਜਿੰਨੀਆਂ ਐਮਬੈਸੀਆਂ ਨੇ, ਤੁਸੀਂ ਆਸਟ੍ਰੇਲੀਆ ਬੈਠੇ ਹੋ ਤੁਹਾਨੂੰ ਜ਼ਰੂਰ ਪਤਾ ਹੋਏਗਾ, ਆਸਟ੍ਰੇਲੀਆ ਦੀ ਐਮਬੈਸੀ ਨੇ ਵੀ ਕਾਰਜਕ੍ਰਮ ਕੀਤਾ। ਦੁਨੀਆ ਦੀਆਂ ਸਾਰੀਆਂ ਐਮਬੈਸੀਆਂ 'ਚ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਮੋਦੀ ਸਾਹਿਬ ਦੀ ਸਰਕਾਰ ਨੇ ਮਨਾਇਆ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਆਇਆ ਦਿਹਾੜਾ, ਪਟਨਾ ਸਾਹਿਬ ਆਪ ਮੋਦੀ ਸਾਹਿਬ ਜਾ ਕੇ ਨਤਮਸਤਕ ਹੋਏ, ਮੱਥਾ ਟੇਕਿਆ, ਸਿੱਕਾ ਗੁਰੂ ਸਾਹਿਬ ਦੇ ਉੱਪਰ ਜਾਰੀ ਕੀਤਾ। ਸੁਲਤਾਨਪੁਰ ਲੋਧੀ ਦੇ ਵਿਕਾਸ ਲਈ ਮੋਦੀ ਸਾਹਿਬ ਨੇ ਕੰਮ ਕੀਤਾ। ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ, ਪੰਜਾਬੀ ਭਰਾ ਸਾਡੇ ਜਿਹੜੇ ਵਿਚਾਰੇ ਗਏ ਸੀ ਰੋਜੀ ਰੋਟੀ ਕਮਾਉਣ ਅਮਰੀਕਾ, ਕੈਨੇਡਾ, ਉਹ ਗਏ ਤੇ ਰੋਜੀ ਰੋਟੀ ਕਮਾਉਣ ਸੀ, ਕਿਸੇ ਵਕੀਲ ਨੇ ਕਹਿਤਾ ਭਾਈ ਪੋਲੀਟੀਕਲ ਅਸਾਈਲਮ ਲੈ ਲਓ, ਚਿੱਠੀ ਲੈ ਆਓ। ਉਹ ਜਿਹੜੀ ਪੋਲੀਟੀਕਲ ਅਸਾਈਲਮ ਲੈ ਕੇ ਰਹਿ ਰਹੇ ਸੀ, ਕਈ ਸਾਲ, 20 ਸਾਲ ਹੋ ਗਏ, ਉਹਨਾਂ ਨੂੰ ਪਾਸਪੋਰਟ ਮਿਲਣਾ ਹੀ ਨਹੀਂ ਸੀ। ਪੋਲੀਟੀਕਲ ਅਸਾਈਲਮ ਲੈ ਲਈ ਸੀ, ਨਾ ਮਾਪਿਓ ਨੂੰ ਮਿਲ ਸਕਦੇ ਸੀ, ਨਾ ਬੱਚਿਆਂ ਨੂੰ ਮਿਲ ਸਕਦੇ ਸੀ। ਮੋਦੀ ਸਾਹਿਬ ਦੀ ਸਰਕਾਰ ਨੇ 50,000 ਦੇ ਲਗਭਗ ਐਸੇ ਪੰਜਾਬੀ ਸਾਡੇ ਵੀਰਾਂ ਨੂੰ ਦੁਬਾਰਾ ਪਾਸਪੋਰਟ ਦਿੱਤੇ ਕਿ ਆਪਣੇ ਪਰਿਵਾਰਾਂ ਨੂੰ ਮਿਲ ਸਕਣ। ਮੈਨੂੰ ਦੱਸੋ ਇਹ ਪੰਜਾਬ ਵਿਰੋਧੀ ਕੰਮ ਨੇ? ਮੋਦੀ ਜੀ ਦੀ ਸਰਕਾਰ ਜਦੋਂ ਦੀ ਆਈ ਹੈ, ਪੰਜਾਬ ਦੇ ਹਿੱਤ ਦੇ ਕੰਮ, ਚਾਹੇ ਉਹ ਪੰਜਾਬ 'ਚ ਇੰਫਰਾਸਟ੍ਰਕਚਰ ਦੀ ਡਿਵੈਲਪਮੈਂਟ ਦੀ ਗੱਲ ਹੋਏ, ਚਾਹੇ ਉਹ ਪੰਜਾਬ 'ਚ ਏਮਸ ਖੋਲਣ ਦੀ ਗੱਲ ਹੋਵੇ, ਚਾਹੇ ਉਹ ਪੰਜਾਬ ਦੇ ਅੰਦਰ ਹੋਰ ਵੱਡੇ ਸੰਸਥਾਨ ਖੋਲਣ ਦੀ ਗੱਲ ਹੋਵੇ, ਚਾਹੇ ਪੰਜਾਬ 'ਚ ਹਾਈਵੇ ਬਣਾਉਣ ਦੀ ਗੱਲ ਹੋਵੇ, ਚਾਹੇ ਉਹ ਕਾਲੀ ਸੂਚੀ ਨੂੰ ਖਤਮ ਕਰਨ ਦੀ ਗੱਲ ਹੋਵੇ, ਚਾਹੇ ਸ਼੍ਰੀ ਹਰਿਮੰਦਰ ਸਾਹਿਬ ਨੂੰ ਪੂਰੇ, ਤੁਸੀਂ ਹਰਪ੍ਰੀਤ ਜੀ ਇੱਥੇ ਬੈਠੇ ਹੋ, ਤੁਹਾਡੇ ਮਨ 'ਚ ਆਏ ਕਿ ਮੈਂ ਆਪਣੀ ਦਸਵੰਧ ਦੇਣੀ ਹੈ ਹਰਿਮੰਦਰ ਸਾਹਿਬ, ਲੰਗਰ ਤੁਸੀਂ ਦੇ ਨਹੀਂ ਸਕਦੇ। ਮੋਦੀ ਸਾਹਿਬ ਨੇ ਛੂਟ ਦਿੱਤੀ ਦੁਨੀਆ ਭਰ ਵਾਸਤੇ ਪੰਜਾਬੀਆਂ ਨੂੰ, ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੂੰ ਤੂੰ ਆਪਣੀ ਦਸਵੰਧ ਦੇ ਸਕਣ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਪੰਜਾਬ ਦੇ ਹਿੱਤ ਦੀਆਂ ਨੇ। ਔਰ ਮੋਦੀ ਸਾਹਿਬ ਦੀ ਜਿੰਨੀ ਸ਼ਰਧਾ ਪੰਜਾਬ ਦੇ ਬਾਰੇ 'ਚ, ਗੁਰੂ ਸਾਹਿਬਾਨਾਂ ਦੇ ਬਾਰੇ 'ਚ, ਪੰਜਾਬੀਆਂ ਦੇ ਬਾਰੇ 'ਚ ਉਹ ਜ਼ਿਕਰ ਵੀ ਕਰਦੇ ਨੇ, ਤੁਸੀਂ ਅਗਰ ਦੇਖਿਆ ਹੋਏਗਾ ਤੇ। ਇਸ ਕਰਕੇ ਫੈਲਾਉਣ ਦਾ ਕੰਮ ਜਿਹੜਾ ਹੈ, ਜਾਣ ਬੁੱਝ ਕਰਕੇ ਹਿਟਲਰ ਫੈਲਾਉਣ ਦਾ ਕੰਮ ਕੁਝ ਲੋਕ ਕਰ ਰਹੇ ਨੇ,
ਪਰ ਮੈਨੂੰ ਉਮੀਦ ਹੈ ਕਿ ਪੰਜਾਬੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਨੇ। ਔਰ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਖਾਸ ਕਰਕੇ ਤੁਹਾਨੂੰ ਦੱਸਦੇ ਹਾਂ ਹਰਪ੍ਰੀਤ ਜੀ, ਪੰਜਾਬ ਦੀ ਅਮਨ, ਪੰਜਾਬ ਦੀ ਸ਼ਾਂਤੀ, ਪੰਜਾਬ ਦਾ ਭਾਈਚਾਰਾ, ਇਹ ਭਾਰਤੀ ਜਨਤਾ ਪਾਰਟੀ ਦੀ ਪ੍ਰਾਇੋਰਟੀ ਹੈ, ਪ੍ਰਾਥਮਿਕਤਾ ਹੈ। ਸਾਡੇ ਲਈ ਸਰਕਾਰ ਮਹੱਤਵਪੂਰਨ ਨਹੀਂ ਹੈ, ਸਾਡੇ ਲਈ ਰਾਜਨੀਤੀ ਮਹੱਤਵਪੂਰਨ ਨਹੀਂ ਹੈ, ਸਾਡੇ ਲਈ ਪੰਜਾਬ ਦਾ ਭਾਈਚਾਰਾ ਤੇ ਪੰਜਾਬ ਦੀ ਅਮਨ ਸ਼ਾਂਤੀ ਸਭ ਤੋਂ ਮਹੱਤਵਪੂਰਨ ਹੈ। ਔਰ ਅਸੀਂ ਹਮੇਸ਼ਾ ਇਹਦੇ ਲਈ ਅਰਦਾਸ ਵੀ ਕਰਦੇ ਹਾਂ, ਇਹਦੇ ਲਈ ਕੰਮ ਵੀ ਕਰਦੇ ਹਾਂ। ਔਰ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ ਦੇ ਅੰਦਰ ਵੀ ਪੰਜਾਬ, ਪੰਜਾਬੀ, ਪੰਜਾਬੀਅਤ ਲਈ ਹਮੇਸ਼ਾ ਪਾਰਟੀ ਦੀ ਪ੍ਰਤੀਬੱਧਤਾ ਹੈ ਔਰ ਅਸੀਂ ਅੱਗੇ ਵੀ ਕੰਮ ਕਰਾਂਗੇ। ਔਰ ਤੁਹਾਡੇ ਦਰਸ਼ਕਾਂ ਦੇ ਮਾਧਿਅਮ ਨਾਲ ਜ਼ਰੂਰ ਮੈਂ ਇੱਕ ਗੱਲ ਕਹਿਣੀ ਹੈ, ਤੁਸੀਂ ਸਾਰੀਆਂ ਸਰਕਾਰਾਂ ਦੇਖ ਲਈਆਂ, ਇੱਕ ਵਾਰ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ 'ਚ ਸਰਕਾਰ ਬਣਾਉਣ ਦਾ ਮੌਕਾ ਦਿਓ। ਪੰਜਾਬ ਦੀ ਖੁਸ਼ਹਾਲੀ, ਪੰਜਾਬ ਦੇ ਨੌਜਵਾਨਾਂ ਲਈ ਰੁਜ਼ਗਾਰ, ਨਸ਼ਾ ਮੁਕਤ ਪੰਜਾਬ, ਭ੍ਰਿਸ਼ਟਾਚਾਰ ਮੁਕਤ ਪੰਜਾਬ, ਪਰਿਵਾਰਵਾਦ ਮੁਕਤ ਪੰਜਾਬ ਅਸੀਂ ਬਣਾਵਾਂਗੇ। ਔਰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਚੜ੍ਹਦੀ ਕਲਾ ਲਈ ਸਾਡੀ ਪਾਰਟੀ ਹਮੇਸ਼ਾ ਕੰਮ ਕਰਦੀ ਹੈ, ਅੱਗੇ ਵੀ ਕਰਦੀ ਹੈ। ਤੁਸੀਂ ਸਾਰੇ ਸਵਾਲਾਂ ਦੇ ਜਵਾਬ ਬਹੁਤ ਬਖੂਬੀ ਦਿੱਤੇ ਨੇ। ਬਾਕੀ ਦੇਖਣ ਵਾਲੇ ਦਰਸ਼ਕ ਉਹਨੂੰ ਕਿੰਨਾ ਕੁ ਯਕੀਨ ਕਰਨਗੇ ਉਹ ਉਹਨਾਂ ਦੇ ਉੱਤੇ ਹੈ। ਮੈਂ ਇਹਦੇ ਸੇ ਕੁਝ ਨਹੀਂ ਕਰ ਸਕਦਾ। ਇਹ ਨਾਲ ਜਾਈਏ ਤੇ ਐਂ ਲੱਗਦਾ ਕਿ ਸਾਰਾ ਕੁਝ ਤੁਹਾਡੇ ਤਰੀਕੇ ਨਾਲ ਹੀ ਠੀਕ ਹੈ, ਪਰ ਸੋਚਣ ਵਾਲੀ ਗੱਲ ਇਹ ਹੈਗੀ ਹੈ ਵੀ ਇੱਕ ਜਥੇਬੰਦੀ, ਦੋ ਜਥੇਬੰਦੀ ਹੋਣ, 31 ਦੀਆਂ 31 ਜਥੇਬੰਦੀਆਂ, ਉਹਨਾਂ ਚੋਂ ਇੱਕ ਵੀ ਨਹੀਂ ਤੁਹਾਡੇ ਨਾਲ ਹੈਗੀ। 31 ਕਿਸਾਨ ਜਥੇਬੰਦੀਆਂ, ਇੱਕ ਨੂੰ ਤੁਸੀਂ ਮਨਾਇਆ ਹੋਵੇ ਵੀ ਆਹ ਚੀਜ਼ ਜੋ ਤੁਸੀਂ ਕਹਿ ਰਹੇ ਹੋ, ਜੋ ਤੁਹਾਡੇ ਕੋਲ ਪੇਪਰ ਵਰਕ ਹੈ, ਉਹ ਸਾਰਾ ਕੁਝ ਠੀਕ ਹੈ। ਕੀ ਕਾਰਨ ਹੈ ਕਿ ਉਹਨਾਂ ਦਾ ਯਕੀਨ ਨਹੀਂ ਰਿਹਾ ਮੋਦੀ ਸਰਕਾਰ ਦੇ ਉੱਤੇ? ਮੈਂ ਵੈਸੇ ਇੱਕ ਦੋ ਕਾਰਨ ਮੈਨੂੰ ਉਹਨਾਂ ਨੇ ਦਿੱਤੇ ਨੇ ਕਿ ਮੋਦੀ ਸਰਕਾਰ ਤੇ ਕਿਸਾਨਾਂ ਦਾ ਯਕੀਨ, ਜਾਂ ਇਹ ਕਹਿ ਲਓ ਵੀ ਪੰਜਾਬੀਆਂ ਦਾ ਯਕੀਨ ਕਿਉਂ ਨਹੀਂ ਹੈਗਾ। ਨੰਬਰ 1 ਤੇ ਜਦੋਂ ਆਪਣੀ ਸਰਕਾਰ ਆਣੀ ਸੀ 2014 ਚ ਬਣੀ ਸੀ, ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨ ਦੀ ਮੋਦੀ ਸਾਹਿਬ ਹੋਣੀ ਅਪੀਲ ਕਰਦੇ ਹੁੰਦੇ ਸੀ, ਆਵਾਜ਼ ਦਿੰਦੇ ਹੁੰਦੇ ਸੀ। ਮਗਰ ਅੱਜ ਕਿਸ ਦੀ ਰਿਪੋਰਟ ਲਾਗੂ ਹੋ ਰਹੀ, ਇਹਦੇ ਉੱਤੇ ਤੁਸੀਂ ਕੀ ਕਹੋਗੇ? ਬਹੁਤ ਅੱਛਾ ਸਵਾਲ ਪੁੱਛਿਆ ਹਰਪ੍ਰੀਤ ਜੀ ਤੁਸੀਂ। ਅਸੀਂ ਬਿਲਕੁਲ ਕਹਿੰਦੇ ਸੀ ਔਰ ਅਸੀਂ ਕੀਤਾ ਹੈ। ਸਵਾਮੀਨਾਥਨ ਕਮੇਟੀ ਦੀ ਰਿਪੋਰਟ ਦੀ ਸਭ ਤੋਂ ਇੰਪੋਰਟੈਂਟ ਜਿਹੜੀ ਰਿਕਮੈਂਡੇਸ਼ਨ ਸੀ ਨਾ, ਜਿਹੜੀ ਸਾਡੇ ਕਿਸਾਨ ਵੀਰ ਕਹਿੰਦੇ ਸੀ ਕਿ ਹੋਣੀ ਚਾਹੀਦੀ ਆ, ਉਹ ਇਹ ਸੀ ਕਿ ਕਿਸਾਨ ਨੂੰ ਐਮਐਸਪੀ ਸਰਕਾਰ ਦੀ ਮਰਜ਼ੀ ਨਾਲ ਕਿਉਂ ਮਿਲੇ, ਸਰਕਾਰ ਦੀ ਮਰਜ਼ੀ ਤੇ ਕਿਉਂ ਰਵੇ। ਜੋ ਕਿਸਾਨ ਦੀ ਲਾਗਤ ਆ ਕਿਸੇ ਫਸਲ ਨੂੰ ਉਗਾਉਣ ਦੀ, ਉਹਦੀ ਲਾਗਤ 'ਚ 50% ਮੁਨਾਫਾ ਜੋੜ ਕੇ ਆਪਣੇ ਆਪ ਐਮਐਸਪੀ ਤੈਅ ਹੋਣੀ ਚਾਹੀਦੀ ਹੈ। ਇਹ ਸਭ ਤੋਂ ਮਹੱਤਵਪੂਰਨ ਗੱਲ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਕਹਿੰਦੀ ਸੀ। 2006 'ਚ ਰਿਪੋਰਟ ਆਈ। 2006 ਤੋਂ ਲੈ ਕੇ 14 ਤੱਕ 8 ਸਾਲ ਦੇਸ਼ 'ਚ ਮਨਮੋਹਨ ਸਿੰਘ ਜੀ ਦੀ ਸਰਕਾਰ ਰਹੀ। 8 ਸਾਲ ਉਹਨਾਂ ਨੇ ਇਸ ਰਿਪੋਰਟ ਤੇ ਇਸ ਰਿਕਮੈਂਡੇਸ਼ਨ ਤੇ ਕੋਈ ਕੰਮ ਨਹੀਂ ਕੀਤਾ। ਸਾਡੀ ਸਰਕਾਰ ਬਣੀ, ਅਸੀਂ ਇਸ ਰਿਕਮੈਂਡੇਸ਼ਨ ਨੂੰ ਲਾਗੂ ਕੀਤਾ ਔਰ ਹੁਣ ਹਰ ਸਾਲ, ਚਾਹੇ ਉਹ ਖਰੀਫ ਹੈ ਚਾਹੇ ਉਹ ਰੱਬੀ ਹੈ, ਯਾਨੀ ਹਾੜੀ ਔਰ ਸੌਣੀ ਦੀਆਂ ਫਸਲਾਂ ਤੇ ਲਾਗਤ ਕੈਲਕੂਲੇਟ ਹੁੰਦੀ ਹੈ, 50% ਮੁਨਾਫਾ ਜੁੜਦਾ ਹੈ, ਆਪਣੇ ਆਪ ਐਮਐਸਪੀ ਤੈਅ ਹੋ ਜਾਂਦੀ ਹੈ। ਕਾਨੂੰਨ ਬਣਾ ਕੇ ਇਸ ਗੱਲ ਨੂੰ ਲਾਗੂ ਕੀਤਾ। ਅਸੀਂ ਜਿਹੜੀ ਰਿਪੋਰਟ ਕਹੀ ਸੀ ਉਹੀ ਰਿਪੋਰਟ ਇਨ ਬਿਨ ਲਾਗੂ ਕੀਤੀ। ਤੁਹਾਡੇ ਮੁਤਾਬਕ ਅਗਰ ਦਰਸ਼ਕ ਮੰਨਣਗੇ ਤਾਂ ਠੀਕ ਹੈ, ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ। ਮੈਨੂੰ ਉਮੀਦ ਹੈ ਕਿ ਬਾਕੀ ਉਹ ਦਰਸ਼ਕਾਂ ਦੇ ਉੱਤੇ ਛੱਡ ਦਿੰਦੇ ਆ। ਫਿਰ ਆਪਣਾ ਦਰਸ਼ਕਾਂ ਨੂੰ ਇੱਕ ਨਿਵੇਦਨ ਹੈ ਤੁਹਾਡੇ ਮਾਧਿਅਮ ਨਾਲ, ਮੈਂ ਕੀ ਕਹਿ ਰਿਹਾ ਬਿਲਕੁਲ ਨਾ ਮੰਨਣ। ਇਹਨਾਂ ਤਿੰਨਾਂ ਬਿੱਲਾਂ ਨੂੰ ਡਾਊਨਲੋਡ ਕਰ ਲੈਣ। ਮੈਂ ਤੁਹਾਨੂੰ WhatsApp ਤੇ ਪੰਜਾਬੀ 'ਚ ਵੀ ਉਹ ਭੇਜ ਦਿਆਂਗਾ ਬਿੱਲ, ਆਪ ਉਹ ਕਾਨੂੰਨ ਪੜ੍ਹ ਲੈਣ। ਸਵਾਮੀਨਾਥਨ ਕਮੇਟੀ ਦੀ ਰਿਪੋਰਟ ਦੀ ਰਿਕਮੈਂਡੇਸ਼ਨ ਆਪ ਪੜ੍ਹ ਲੈਣ। ਮੋਦੀ ਸਾਹਿਬ ਨੇ ਜਿਹੜਾ ਕਾਨੂੰਨ ਬਣਾਇਆ ਕਿ 1.5 ਗੁਣਾ ਐਮਐਸਪੀ ਰਹੇਗੀ ਲਾਗਤ ਮੁੱਲ ਤੋਂ, ਆਪ ਪੜ੍ਹ ਲੈਣ। ਸਾਰੀਆਂ ਗੱਲਾਂ ਪੜਚੋਲ ਕਰਨ ਮੇਰੀਆਂ। ਅੱਜ ਕੱਲ ਤੇ ਇੰਟਰਨੈਟ ਦਾ ਜ਼ਮਾਨਾ ਹੈ, ਪੜ੍ਹਨ ਤੋਂ ਬਾਅਦ ਉਹ ਫੈਸਲਾ ਕਰਨ ਕਿ ਮੈਂ ਜਿਹੜੀਆਂ ਗੱਲਾਂ ਕਹਿ ਰਿਹਾ ਇਹ ਤੱਥ ਠੀਕ ਨੇ ਜਾਂ ਗਲਤ ਨੇ। ਚਲੋ ਆਪਾਂ ਐਂਡ ਤੇ ਆਈਏ, ਇਹਨੂੰ ਐਂਡ ਕਰੀਏ। ਫੇਲੀਅਰ ਕਿੱਥੇ ਹੈਗਾ? ਸਾਰਾ ਕਿਸਾਨ ਪੰਜਾਬ ਦਾ, ਜੇ ਅਸੀਂ ਪੰਜਾਬ ਦਾ ਹੀ ਲੈ ਲਈਏ, ਸਾਰਾ ਕਿਸਾਨ ਇਸ ਟਾਈਮ ਤੇ ਸੜਕਾਂ ਤੇ, ਰੇਲਾਂ ਤੇ ਜਾਂ ਵੱਖੋ-ਵੱਖਰੀ ਜਗ੍ਹਾ ਦੇ ਉੱਤੇ ਬੈਠਾ ਹੋਇਆ। ਫੇਲੀਅਰ ਕਿੱਥੇ ਹੈ? ਸਰਕਾਰ 'ਚ, ਕਿਸਾਨਾਂ 'ਚ ਹੈ ਜਾਂ ਸਰਕਾਰਾਂ 'ਚ? ਹਰਪ੍ਰੀਤ ਜੀ, ਫੇਲੂਅਰ ਨਹੀਂ ਹੈ। ਇਹ ਇੱਕ ਸਾਜ਼ਿਸ਼ ਦੇ ਤਹਿਤ ਕਿਸਾਨਾਂ ਨੂੰ ਭੜਕਾਇਆ ਗਿਆ ਹੈ ਔਰ ਜਿਉਂ-ਜਿਉਂ ਅਸੀਂ ਕਿਸਾਨ ਭਰਾਵਾਂ ਨੂੰ ਮਿਲ ਰਹੇ ਹਾਂ, ਅਸੀਂ ਉਹਨਾਂ ਨੂੰ ਆਪਣੀ ਗੱਲ ਦੱਸ ਰਹੇ ਹਾਂ, ਉਹ ਸਾਡੀ ਗੱਲ ਨੂੰ ਸਮਝ ਰਹੇ ਨੇ। ਤੁਸੀਂ ਜਥੇਬੰਦੀਆਂ ਦੀ ਗੱਲ ਕੀਤੀ, ਅਸੀਂ ਜਥੇਬੰਦੀਆਂ ਨੂੰ ਵੀ ਗੱਲਬਾਤ ਲਈ ਬੁਲਾ ਰਹੇ ਹਾਂ ਔਰ ਪੂਰਾ ਵਿਸ਼ਵਾਸ ਹੈ ਕਿ ਜਦੋਂ ਉਹ ਸਰਕਾਰ ਨਾਲ ਬੈਠਣਗੇ, ਸਾਡੀ ਗੱਲਬਾਤ ਨੂੰ ਸੁਣਨਗੇ, ਸਮਝਣਗੇ, ਹੌਲੀ-ਹੌਲੀ ਇਹ ਝੂਠ ਦਾ ਹਨੇਰਾ ਟਲੇਗਾ। ਇਹ ਜਿਹੜਾ ਕੂੜ ਪ੍ਰਚਾਰ ਕੀਤਾ ਗਿਆ ਹੈ ਪੋਲਿਟਿਕਸ ਤੋਂ ਪ੍ਰੇਰਿਤ, ਇਹ ਛਟੇਗਾ, ਸੱਚ ਦਾ ਸੂਰਜ ਬਿਲਕੁਲ ਨਿਕਲੇਗਾ। ਔਰ ਸਾਈ ਤਾਂ ਮੰਨਦੇ ਹਾਂ, ਗੁਰਬਾਣੀ ਵਿੱਚ ਤੇ ਲਿਖਿਆ ਹੀ ਹੈ, ਔੜਕ ਸੱਚ ਰਹੇ, ਅਲਟੀਮੇਟਲੀ ਤਾਂ ਟਰੁੱਥ ਨੇ ਪ੍ਰੀਵੇਲ ਕਰਨਾ ਹੈ। ਤੁਸੀਂ ਦੇਖੋਗੇ ਜਿਵੇਂ ਜਦੋਂ ਸਿਟੀਜ਼ਨ ਅਮੈਂਡਮੈਂਟ ਐਕਟ ਆਇਆ ਹਰਪ੍ਰੀਤ ਜੀ, ਕਿੰਨਾ ਦੇਸ਼ ਦੇ ਮੁਸਲਮਾਨ ਭਾਈਚਾਰੇ ਨੂੰ ਵਰਗਲਾਇਆ ਕਿ ਤੁਹਾਡੀ ਤੇ ਨਾਗਰਿਕਤਾ ਹੀ ਖਤਮ ਹੋ ਜਾਣੀ ਹੈ।
ਹਾਲਾਂਕਿ ਉਹ ਸਿਟੀਜ਼ਨ ਅਮੈਂਡਮੈਂਟ ਐਕਟ ਸੀਗਾ ਪਾਕਿਸਤਾਨ, ਬੰਗਲਾਦੇਸ਼, ਅਫਗਾਨਿਸਤਾਨ ਤੋਂ ਜਿਹੜੇ ਨਾਗਰਿਕ ਆ ਰਹੇ ਉਹਨਾਂ ਨੂੰ ਨਾਗਰਿਕਤਾ ਦੇਣ ਬਾਰੇ, ਔਰ ਆਪਾਂ ਦੇਖਿਆ ਕਿੰਨੇ ਸਿੱਖ ਭਾਈਚਾਰੇ ਦੇ ਲੋਕ ਵੀ ਲਗਾਤਾਰ ਅਫਗਾਨਿਸਤਾਨ, ਪਾਕਿਸਤਾਨ ਤੋਂ ਆ ਰਹੇ ਨੇ, ਲੇਕਿਨ ਦੇਸ਼ ਦੇ ਮੁਸਲਿਮ ਭਾਈਚਾਰੇ ਨੂੰ ਵਰਗਲਾਇਆ, ਕਿੰਨਾ ਮਾਹੌਲ ਵਿਗੜਿਆ। ਲੇਕਿਨ ਅੱਜ ਹਿੰਦੁਸਤਾਨ ਦੇ ਸਾਰੇ ਮੁਸਲਿਮ ਭਾਈਚਾਰੇ ਨੂੰ ਸਮਝ ਆ ਗਈ ਕਿ ਨਹੀਂ ਯਾਰ, ਇਹ ਤਾਂ ਕੁਝ ਵੀ ਨਹੀਂ ਸੀ, ਝੂਠ ਬੋਲਿਆ ਸਾਨੂੰ। ਤੁਸੀਂ ਦੇਖਣਾ ਆਉਣ ਵਾਲੇ ਥੋੜੇ ਦਿਨਾਂ 'ਚ ਹੀ ਪੰਜਾਬ ਦੇ ਸਾਰੇ ਕਿਸਾਨ ਵੀਰਾਂ ਨੂੰ ਇਹ ਗੱਲ ਸਮਝ ਆ ਜਾਣੀ ਆ ਕਿ ਸਾਨੂੰ ਇਹ ਭਰਮ 'ਚ ਪਾਇਆ ਸੀ, ਸੱਚ ਕੁਝ ਹੋਰ ਹੈ। ਉਹ ਕਾਨੂੰਨ ਪੜ੍ਹ ਰਹੇ ਨੇ, ਅਸੀਂ ਪੰਜਾਬੀ 'ਚ ਕਾਨੂੰਨ ਉਹਨਾਂ ਨੂੰ ਭੇਜ ਰਹੇ ਹਾਂ, ਉਹਨਾਂ ਨਾਲ ਡਿਸਕਸ਼ਨਸ ਕਰ ਰਹੇ ਹਾਂ। ਅੱਜ ਵੀ ਹਰਦੀਪ ਪੁਰੀ ਜੀ ਨੇ ਵੀਡੀਓ ਕਾਨਫਰੰਸ ਨਾਲ ਅੰਮ੍ਰਿਤਸਰ ਦੇ ਕਿਸਾਨ ਵੀਰਾਂ ਨਾਲ ਸੰਵਾਦ ਕੀਤਾ। ਰੋਜ਼ ਪੰਜਾਬ ਮੰਤਰੀ ਇੱਕ ਸਾਡਾ ਕੇਂਦਰ ਸਰਕਾਰ ਦਾ ਉਹ ਕਿਸਾਨਾਂ ਨਾਲ ਸੰਵਾਦ ਕਰਨਗੇ ਵਰਚੁਅਲ। 1.5-2 ਮਹੀਨੇ 'ਚ ਹੀ ਦੇਖਣਾ ਇਹੀ ਜਥੇਬੰਦੀਆਂ, ਇਹੀ ਕਿਸਾਨ ਵੀਰ ਕਹਿਣਗੇ ਕਿ ਮੋਦੀ ਸਾਹਿਬ ਨੇ ਬਹੁਤ ਅੱਛਾ ਫੈਸਲਾ ਕੀਤਾ ਔਰ ਬਹੁਤ ਅੱਛੇ ਤਰੀਕੇ ਨਾਲ ਜਿਹੜੀ ਹੈ ਪੰਜਾਬ ਦੀ ਕਿਸਾਨੀ ਅੱਗੇ ਵਧੇਗੀ, ਕਿਸਾਨ ਖੁਸ਼ਹਾਲ ਹੋਣ। ਲਾਸਟ ਦੇ ਜਾਂਦੀ ਵਾਰੀ ਅਖੀਰਲਾ ਮੈਂ ਛੋਟੀ ਦਿਨ ਦਾ ਅਖੀਰਲਾ ਕੁਐਸਚਨ ਰਹੇਗਾ। ਸ਼੍ਰੋਮਣੀ ਅਕਾਲੀ ਦਲ ਦਾ ਤੁਹਾਡਾ 22 ਸਾਲਾਂ ਦਾ ਸਫ਼ਰ ਇੱਥੇ ਸਮਾਪਤ ਹੋ ਗਿਆ। ਦਿਲ ਦੇ ਅੰਦਰ ਕੋਈ ਦੁੱਖ ਹੈ ਕਿ ਜਾਂ ਦਿਲ ਦੇ ਅੰਦਰ ਕੋਈ ਖੁਸ਼ੀ ਹੈ? ਕਿੱਧਰ ਜਾਂਦੀ ਹੈ ਤੁਹਾਡੀ ਖੁਸ਼ੀ? ਦੇਖੋ ਹਰਪ੍ਰੀਤ ਜੀ, ਜਿਹੜਾ ਅਕਾਲੀ ਦਲ ਨਾਲ ਸਾਡਾ ਗੱਠਜੋੜ ਸੀ ਉਹ ਕੋਈ ਪੋਲੀਟੀਕਲ ਉਦੇਸ਼ਾਂ ਵਾਸਤੇ ਨਹੀਂ ਸੀ, ਠੀਕ ਹੈ। ਉਹਦੇ ਨਾਲ ਸਾਨੂੰ ਰਾਜਨੀਤੀ 'ਚ ਵੀ ਲਾਭ ਹੋਇਆ, ਅਸੀਂ ਸਰਕਾਰ 'ਚ ਵੀ ਰਹੇ, ਲੇਕਿਨ ਉਹਦਾ ਉਦੇਸ਼ ਸੀ ਪੰਜਾਬ ਦੇ ਭਾਈਚਾਰੇ ਨੂੰ ਕਾਇਮ ਰੱਖਣਾ, ਪੰਜਾਬ ਅਮਨ ਸ਼ਾਂਤੀ ਕਾਇਮ ਰੱਖਣਾ ਔਰ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਤੇ ਤੋਰਨਾ। ਔਰ ਅਸੀਂ ਇਸ ਗੱਠਜੋੜ ਨੂੰ ਹਮੇਸ਼ਾ ਸਨਮਾਨ ਦਿੱਤਾ। ਤੁਹਾਨੂੰ ਮੈਂ ਇੱਕ ਛੋਟੀ ਉਦਾਹਰਨ ਦੇ ਦਿਆਂਗਾ, ਬਸ ਉਦਾਹਰਨਾਂ ਬਹੁਤ ਨੇ। ਸਰਕਾਰ ਬਣੀ 2007 'ਚ, ਬਾਦਲ ਸਾਹਿਬ ਮੁੱਖ ਮੰਤਰੀ ਬਣੇ। ਸਰਕਾਰ ਸਾਡੇ ਤੇ ਡਿਪੈਂਡੈਂਟ ਸੀ। ਅਕਾਲੀ ਦਲ ਨੂੰ 48 ਸੀਟਾਂ ਆਈਆਂ ਸੀਗੀਆਂ, ਬਹੁਮਤ ਨਹੀਂ ਸੀ, ਬਹੁਮਤ ਤੋਂ ਬਹੁਤ ਪਿੱਛੇ ਸੀ, 19 ਸੀਟਾਂ ਆਈਆਂ ਸੀ। ਮੁੱਖ ਮੰਤਰੀ ਬਾਦਲ ਸਾਹਿਬ ਬਣੇ, ਡਿਪਟੀ ਸੀਐਮ ਦੀ ਗੱਲ ਆਈ। ਦੁਨੀਆ 'ਚ ਕੋਈ ਅਲਾਈਅੰਸ ਐਸਾ ਨਹੀਂ ਹੋਏਗਾ ਜਿਸ 'ਚ ਡਿਪਟੀ ਸੀਐਮ ਭਾਈਵਾਲ ਪਾਰਟੀ ਕੋ ਨਹੀਂ ਹੁੰਦਾ, ਹਮੇਸ਼ਾ ਹੁੰਦਾ ਹੈ ਇੱਕ ਪਾਰਟੀ ਦਾ ਮੁੱਖ ਮੰਤਰੀ, ਪਾਰਟੀ ਦਾ ਉਪ ਮੁੱਖ ਮੰਤਰੀ। ਲੇਕਿਨ ਸਾਡੀ ਦਰਿਆਦਲੀ ਦੇਖੋ, ਮੁੱਖ ਮੰਤਰੀ ਵੱਡੇ ਬਾਦਲ ਸਾਹਿਬ ਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਜੀ। ਅਸੀਂ ਆਪਣੀ ਡਿਪਟੀ ਛੱਡਤੀ, ਕਿਉਂ? ਕਿਉਂਕਿ ਸਾਡੇ ਲਈ ਇਹ ਗੱਠਜੋੜ ਪੰਜਾਬ ਦੇ ਅਮਨ, ਭਾਈਚਾਰੇ, ਵਿਕਾਸ ਦੀ ਗਾਰੰਟੀ ਸੀ। ਸਾਨੂੰ ਲੱਗਿਆ ਕੋਈ ਨਹੀਂ ਯਾਰ, ਉਪ ਮੁੱਖ ਮੰਤਰੀ ਦੀ ਪੋਸਟ ਕੀ ਹੈ, ਪੰਜਾਬ ਅੱਗੇ ਵਧਣਾ ਚਾਹੀਦਾ ਹੈ, ਪੰਜਾਬ 'ਚ ਖੁਸ਼ਹਾਲੀ ਆਣੀ ਚਾਹੀਦੀ ਹੈ। ਅਸੀਂ ਹੁਣ ਵੀ ਉਸ ਗੱਠਜੋੜ ਨੂੰ ਉਨਾ ਹੀ ਮਾਨ ਸਨਮਾਨ ਦਿੱਤਾ ਹੈ। ਸਾਨੂੰ ਚੰਗਾ ਨਹੀਂ ਲੱਗਿਆ, ਮੰਦਭਾਗਾ ਹੈ ਕਿ ਬਈ ਉਹ ਸਾਨੂੰ ਇਸ ਤਰ੍ਹਾਂ ਨਾਲ ਗੱਠਜੋੜ ਉਹਨਾਂ ਨੇ ਛੱਡਿਆ, ਸੁਖਬੀਰ ਸਿੰਘ ਬਾਦਲ ਜੀ ਨੇ, ਅਕਾਲੀ ਦਲ ਨੇ। ਸਾਨੂੰ ਇਹ ਗੱਲ ਚੰਗੀ ਨਹੀਂ ਲੱਗੀ, ਲੇਕਿਨ ਨਿਸ਼ਚਿਤ ਰੂਪ ਨਾਲ ਉਹਨਾਂ ਨੇ ਛੱਡਿਆ, ਅਸੀਂ ਤਾਂ ਛੱਡਿਆ ਨਹੀਂ। ਲੇਕਿਨ ਭਾਰਤੀ ਜਨਤਾ ਪਾਰਟੀ ਇਸ ਗੱਲ 'ਚ ਸક્ષਮ ਹੈ ਕਿ ਉਹ ਪੰਜਾਬ 'ਚ ਅੱਗੇ ਵੱਧ ਸਕਦੀ ਹੈ, ਅੱਗੇ ਵੱਧ ਰਹੀ ਹੈ। ਔਰ ਪਿਛਲੇ ਕਈ ਸਾਲਾਂ ਤੋਂ ਸਾਡੇ ਕਾਰਜਕਰਤਾਵਾਂ ਦੇ ਮਨ 'ਚ ਇੱਕ ਮਾਯੂਸੀ ਸੀ ਕਿ ਯਾਰ ਅਸੀਂ ਪੰਜਾਬ ਦੀਆਂ 117 ਸੀਟਾਂ ਤੇ ਪਾਰਟੀ ਹੈ, ਸਭ ਜਗ੍ਹਾ ਕੰਮ ਕਰਦੇ ਆ, ਅਸੀਂ ਇਲੈਕਸ਼ਨਾਂ 'ਚ ਕੰਮ ਕਰਕੇ ਅਕਾਲੀ ਦਲ ਦੇ ਲੋਕਾਂ ਨੂੰ ਜਿਤਾਉਂਦੇ ਵੀ ਆ, ਪਰ ਸਾਡੀ ਕੋਈ ਪੁੱਛਗਿੱਛ ਨਹੀਂ ਹੁੰਦੀ। ਮੈਨੂੰ ਲੱਗਦਾ ਹੈ ਕਿ ਸਾਡੇ ਕੋਲ ਇੱਕ ਅਪਰਚੁਨਿਟੀ ਆਈ ਹੈ ਔਰ ਪੂਰੇ ਪੰਜਾਬ 'ਚ ਤੁਸੀਂ ਦੇਖਣਾ ਆਉਣ ਵਾਲੇ ਦਿਨਾਂ 'ਚ ਭਾਰਤੀ ਜਨਤਾ ਪਾਰਟੀ ਇੱਕ ਮਜ਼ਬੂਤ ਔਰ ਤਾਕਤਵਰ ਪਾਰਟੀ ਬਣ ਕੇ ਉਭਰੇਗੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਡਾਕਟਰ ਸਾਹਿਬ ਸਾਡੇ ਨਾਲ ਜੁੜਨ ਦਾ, ਖਾਸ ਕਰਕੇ ਆਸਟ੍ਰੇਲੀਆ ਵਾਸੀਆਂ ਨੂੰ ਇਹਨਾਂ ਸਾਰੀਆਂ ਚੀਜ਼ਾਂ ਨਾਲ ਜਾਣੂ ਕਰਾਉਣ ਦਾ। ਬਾਕੀ ਉਹਨਾਂ ਦੇ ਉੱਤੇ ਛੱਡ ਦਿੰਦੇ ਆ ਉਹ ਇਹਨਾਂ ਚੀਜ਼ਾਂ ਨੂੰ ਕਿਸ ਤਰੀਕੇ ਨਾਲ ਲੈਂਦੇ ਨੇ। ਤੇ ਜੇ ਗੱਲ ਕਰਾਂਗਾ ਮੈਂ ਐਂਡ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਤੇ ਤੁਹਾਡੇ 22 ਸਾਲ ਦੇ ਸਫ਼ਰ ਦੀ, ਤੇ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਉਹ ਇਸ ਨੂੰ ਇੱਕ ਓਪਰਚੁਨਿਟੀ ਦੀ ਤਰ੍ਹਾਂ ਲੈਂਦੇ ਨੇ। ਆਉਣ ਵਾਲੇ 2022 ਦੇ ਵਿੱਚ ਪਤਾ ਚੱਲੇਗਾ ਬਾਕੀ ਇਸ ਓਪਰਚੁਨਿਟੀ ਦੇ ਰਿਜ਼ਲਟ ਕੀ ਆਉਣਗੇ। ਤੇ ਸੋ ਇੱਕ ਵਾਰ ਫੇਰ ਜਾਣ ਤੋਂ ਪਹਿਲੇ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦਾ। ਬਹੁਤ ਬਹੁਤ ਧੰਨਵਾਦ ਹਰਪ੍ਰੀਤ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। पंजाब तो दूर पंजाबियत दे नेड़े ब्रदर्स हवेली, प्योर पंजाबी खाना, प्योर पंजाबी स्वाद, प्योर पंजाबी माहौल। भावें वेज खाओ भावें नॉन वेज, स्नैक्स तो लैके फुल मील, सब कुछ अज ही पहुंचो ब्रदर्स हवेली, 13 to 15 पल्टनी, Dandenong BIC 3175 मेलबर्न। ਜਾਂ कॉल करो 613 9792 2777।